ਉਚਾਰਦੇ ਐ ਉਹ ਸਿੰਘਾਂ ਨੂੰ ਸੁਣਾ ਰਹੇ ਹਨ। ਦੋਹਰਾ ਸ਼ਰੋਤਨ ਕੀ ਔਰ ਚਾਹੇ ਵਿਚਰਕੈ। ਜਿਹੜੇ ਚੌਪਈ ਐ ਸਰੋਤਿਆਂ ਦੇ ਹਿਰਦੇ ਦੀ ਚਾਹ ਜਿਹੜੀ ਨਾ ਇੱਛਾ ਉਹ ਵਿਚਾਰੀ ਜਦੋਂ ਬਾਬਾ ਰਾਮ ਕੁਇਰ ਜੀਆਂ ਵੇਖਿਆ ਵੀ ਸਰੋਤੇ ਕਥਾ ਸੁਣਨ ਨੂੰ ਬਹੁਤ ਲਾਲਸ ਕਰਦੇ ਐ। ਬੋਲੇ ਰਾਮ ਕੋਇਰ ਹਿਤ ਧਰਕੈ। ਧੰਨ ਬਾਬਾ ਰਾਮ ਕੁਇਰ ਜੀ ਫਿਰ ਬਹੁਤ ਪ੍ਰੇਮ ਧਾਰ ਕੇ ਸੁਣਾ ਰਹੇ ਐ, ਕਥਾ ਆਰੰਭ ਕਰਦੇ ਐ। ਕਥਾ ਸੁਧਾਸਰ ਕੀ ਪਈ ਜੈਸੇ। ਸੁਣੋ ਭਾਈ, ਜਿਵੇਂ ਫਿਰ ਅੰਮ੍ਰਿਤਸਰ ਸਾਹਿਬ ਦੀ ਕਥਾ ਹੋਈ ਹੈ, ਜੋ ਵਾਪਰਿਆ ਉਹ ਵਰਤਾਰਾ ਸਾਰਾ ਸੁਣਨਾ ਕਰੋ। ਸੁਨਹ ਕਾਨ ਦੈ ਬਰਨੋ ਤੈਸੇ। ਜਿਵੇਂ ਹੋਈ ਅਸੀਂ ਸੁਣਾਉਣੇ ਆ ਤੇ ਕੰਨ ਦੇ ਕਰਕੇ ਬਿਰਤੀ ਇਕਾਗਰ ਕਰਕੇ ਸੁਣੋ ਜੀ। ਸ਼੍ਰੀ ਗੁਰ ਅਮਰਦਾਸ ਜਬ ਪਏ। ਇਸ ਲਈ ਹੁਣ ਬਾਬਾ ਰਾਮਕੁਰ ਜੀ ਉਥੋਂ ਕਥਾ ਆਰੰਭ ਕਰਦੇ ਆ, ਕਿਉਂਕਿ ਹਰਿਮੰਦਰ ਸਾਹਿਬ ਤਾਂ ਹੀ ਵਸਿਆ 84 ਪਿੰਡ ਮਹਾਰਾਜ ਦੇ ਚਰਨੀ ਭੇਂਟ ਕੀਤੀ ਅਕਬਰ ਨੇ। ਉਹ ਅਕਬਰ ਨੇ 84 ਪਿੰਡ ਕਿਉਂ ਭੇਂਟ ਕੀਤੇ? ਕਿਉਂਕਿ ਮਨ ਵਿੱਚ ਸ਼ਰਧਾ ਬੱਜੀ। ਸ਼ਰਧਾ ਅਕਬਰ ਦੇ ਮਨ ਵਿੱਚ ਕਿਵੇਂ ਬੱਜੀ? ਉਸ ਇੱਕ ਘਟਨਾ ਕਾਰਨ ਚਿਤੌੜ ਦੇ ਕਿਲੇ ਦੀ ਫਤਿਹ ਹੋਈ ਮਹਾਰਾਜ ਦੀ ਜਿਹੜੀ ਵਾ ਓਟ ਆਸਰਾ ਤੱਕ ਕੇ। ਇਸ ਲਈ ਬਾਬਾ ਰਾਮਕੁਰ ਜੀ ਉੱਥੋਂ ਸੁਣਾਉਣ ਲੱਗਦੇ ਆ ਵੀ ਜਿੱਥੋਂ ਇਹਦਾ ਮੁੱਢ ਬੱਝਾ ਅੰਮ੍ਰਿਤਸਰ ਸਾਹਿਬ ਦੇ ਸਥਾਨ ਬਣਨ ਤੋਂ ਪਹਿਲਾਂ। ਕਹਿੰਦੇ ਆ ਜਦੋਂ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਹੋਏ ਆ ਗੁਰਤਾ ਦੇ ਮਾਲਕ। ਸਿੱਖਿਆਨ ਗਨ ਉਧਾਰ ਜਿਨ ਕਏ। ਜਿਨ੍ਹਾਂ ਨੇ ਬੇਅੰਤ ਸਿੱਖਾਂ ਦਾ ਉਧਾਰ ਕੀਤਾ ਹੈ। ਰਚਨ ਬਾਪਿਕਾ ਕੀ ਨ ਸਤਿਆਰੀ। ਤੇ ਗੁਰੂ ਅਮਰਦਾਸ ਮਹਾਰਾਜ ਜੀਆਂ ਸਿੱਖਾਂ ਦੀ ਕਲਿਆਣ ਵਾਸਤੇ ਜਦੋਂ ਬੌਲੀ ਸਾਹਿਬ ਦਾ ਸਥਾਨ ਜਿਹੜਾ ਬਣਾਉਣਾ ਆਰੰਭ ਕੀਤਾ ਹੈ। ਮਹਿਲ ਚਿਨਾਵਤ ਪੇ ਵੱਡ ਭਾਰੀ। ਤੇ ਉਹ ਟੋਆ ਭਾਰੀ ਡੁੰਗਾਈ ਵਿੱਚ ਖੂਹ ਪੁੱਟ ਕਰਕੇ ਮਹਿਲ ਜਿਹੜੀ ਉਹ ਮਾਲ ਕਹਿ ਦਿੰਦੇ ਆ ਉਸ ਤਰ੍ਹਾਂ, ਪਰ ਮਹਿਲ ਕਹਿ ਦਿੰਦੇ ਆ ਉਹ ਨਾ ਜਿਹੜੇ ਬੌਲੀ ਸਾਹਿਬ ਜਾਂ ਖੂਹ ਲਾਉਂਦੇ ਉਹਦੇ ਹੇਠਾਂ ਜਿਵੇਂ ਪਹੀਆ ਹੁੰਦਾ ਰੱਥ ਦਾ, ਇਸ ਤਰ੍ਹਾਂ ਗੋਲ ਆਕਾਰ ਦਾ ਬਣਾ ਕੇ ਜਿਹੜਾ ਉਹਨੂੰ ਮਾਲ ਕਹਿ ਦਿਓ ਜਾਂ ਮਹਿਲ ਕਹਿ ਦਿੰਦੇ ਆ। ਉਹ ਮਹਿਲ ਭਾਵ ਪਹਿਲਾਂ ਬੌਲੀ ਸਾਹਿਬ ਦਾ ਮੁੱਢ ਜਿੱਥੋਂ ਵੱਜਾ ਹੈ ਉਹ ਮਹਿਲ ਚਨਾਵਤ ਭੇ ਵੱਡ ਭਾਰੀ, ਵੱਡਾ ਭਾਰੀ ਮਹਿਲ ਚਨਾਉਣ ਲੱਗੇ। ਜਾਂ ਜਿਹੜੀ ਉਦਾਲੇ ਕੰਧ ਹੁੰਦੀ ਗੋਲ ਬੌਲੀ ਸਾਹਿਬ ਦੀ ਉਹਨੂੰ ਵੀ ਮਹਿਲ ਕਹਿ ਦਿੰਦੇ ਆ। ਤੋ ਮਹਿਲ ਜਦੋਂ ਉਚਾਰ ਲੱਗੇ ਹੈ ਚਨਾਉਣ ਲੱਗੇ ਆ ਗੁਰੂ ਅਮਰਦਾਸ ਜੀ ਸਿੱਖਾਂ ਸੇਵਕਾਂ ਨੂੰ ਲਾ ਕਰਕੇ ਜਦੋਂ ਆਰੰਭ ਕੀਤਾ ਹੈ। ਲੱਗੇ ਅਨੇਕ ਕਾਰੀਗਰ ਕਰਨੇ। ਬੜੀ ਸਿੱਖ ਸੰਗਤ ਤੇ ਬੜੇ ਕਾਰੀਗਰ ਬੌਲੀ ਸਾਹਿਬ ਵੀ ਤਿਆਰ ਕਰਨ ਲੱਗੇ ਆ। ਬਹੁਤ ਮਜ਼ਦੂਰ ਕਹਾਂ ਕੋ ਬਰਨੇ। ਕਿੱਥੋਂ ਤੀਕਰ ਦਸੀਏ ਸਿੰਘੋ, ਬੜੇ ਮਜ਼ਦੂਰ ਜਿਹੜੇ ਲੱਗੇ ਆ ਲਾਹੌਰੋਂ ਵੀ ਆਣ ਕੇ ਲੱਗਦੇ ਰਹੇ ਆ। ਦੂਰ ਦੂਰ ਤੇ ਨਰ ਚੱਲ ਆਵੈ। ਸੇਵਾ ਕਰਨ ਵਾਸਤੇ ਸੰਗਤਾਂ ਨਰ ਮਾਈ ਭਾਈ ਦੂਰੋਂ ਚੱਲ ਚੱਲ ਕੇ ਆਏ ਆ। ਸੇਵ ਬਾਪਿਕਾ ਕੀ ਸੋ ਕਮਾਵੈ। ਤੇ ਬੜੀ ਸੇਵਾ ਬੌਲੀ ਦੀ ਕਮਾਈ ਹੈ। ਜਿਵੇਂ ਉਹ ਮਾਈ ਜੀ ਆਏ ਸੀਗੇ ਜਿਹੜੇ ਇਧਰੋਂ ਕਾਬਲ ਤੋਂ ਆਉਂਦੇ ਸੀ, ਇੱਥੋਂ ਕਾਬਲ ਤੀਕਰ ਵੀ ਸੰਗਤਾਂ ਇਹ ਬੌਲੀ ਸਾਹਿਬ ਦੀ ਸੇਵਾ ਕਰਨ ਵਿੱਚ ਆਉਂਦੀਆਂ ਰਹੀਆਂ। ਸਰੀਰ ਸਫਲੇ ਕੀਤੇ ਐ। ਕਿਤੋ ਕਾਲ ਬੀਤਿਓ ਕਰਵਾਵਤ। ਤੇ ਕਿੰਨਾ ਕੁ ਸਮਾਂ ਬੀਤ ਗਿਆ ਇਸ ਤਰ੍ਹਾਂ ਸੇਵਾ ਕਰਵਾਉਂਦੇ ਰਹੇ ਮਹਾਰਾਜ। ਤਕਰੀਬਨ 7 ਕੁ ਸਾਲ ਲੱਗੇ ਸੀਗੇ ਬੌਲੀ ਸਾਹਿਬ ਬਣਦਿਆਂ ਹੋਇਆਂ। ਬੈਠੇ ਸਤਿਗੁਰ ਬਿਆੰਤ ਬਤਾਵਤ। ਤੇ ਮਹਾਰਾਜ ਬੈਠੇ ਰਹਿੰਦੇ ਸਾਰਾ ਦਿਨ, ਆਪ ਕੋਲ ਬਹਿ ਕੇ ਵਿਉਂਤ ਦੱਸਦੇ ਆ ਇਸ ਤਰ੍ਹਾਂ ਕਰਨਾ। ਉਹ ਸਭ ਵਿਉਂਤਬੰਦੀ ਮਹਾਰਾਜ ਹੀ ਕਰਦੇ ਆ। ਲੋਕਣ ਕੇ ਉਧਾਰ ਬੇਹੇ। ਮਹਾਰਾਜ ਦੀ ਕੋਈ ਮਨਸਾ ਤਾਂ ਹੈ ਨਹੀਂ ਇਹੋ ਜੀ, ਕਿਉਂਕਿ ਪਾਣੀ ਦੀ ਕੋਈ ਕਿੱਲਤ ਹੈ ਨਹੀਂ ਸੀ। ਲਾਗੇ ਦਰਿਆ ਹੈ। ਬੌਲੀ ਸਾਹਿਬ ਦਾ ਸਥਾਨ ਜਿਹੜਾ ਪਾਣੀ ਵਾਸਤੇ ਨਹੀਂ ਲਾਇਆ। ਉਹ ਤਾਂ ਉਹ ਕਈ ਹੁਣ ਕਹਿੰਦੇ ਨਾ ਜੀ ਆਖੇ ਉਹਨਾਂ ਸਮਿਆਂ 'ਚ ਪਾਣੀ ਨਹੀਂ ਸੀ ਤੇ ਸਰੋਵਰ ਮਹਾਰਾਜ ਨੇ ਲਾਏ ਆ, ਹੁਣ ਕੀ ਲੋੜ ਹੈ। ਤੋ ਹੁਣ ਬਿਆਸ ਦਰਿਆ ਲਾਗੇ ਤਾਂ ਜਾਲ ਹੈ ਤੇ ਉੱਥੇ ਫਿਰ ਬੌਲੀ ਪਾਣੀ ਕੀ ਕਰਾਉਣਾ, ਮਾੜਾ ਮੋਈ ਜਲ ਵਗਦਾ ਨਾਲ। ਉਹ ਕਵੀ ਜੀ ਕਹਿੰਦੇ ਕੋਈ ਹੋਰ ਮਹਾਰਾਜ ਦੀ ਇੱਛਾ ਨਹੀਂ ਹੈ, ਸਿੱਖਾਂ ਦੇ ਉਧਾਰ ਵਾਸਤੇ ਸਤਿਗੁਰਾਂ ਤੀਰਥ ਲਾਇਆ ਹੈ। ਬਨਵਾਵਤ ਕਹਿ ਕਿਰਪਾ ਨਿਕੇਤ। ਕਿਰਪਾ ਦੇ ਘਰ ਸਤਿਗੁਰਾਂ ਨੇ ਬੌਲੀ ਸਾਹਿਬ ਬਣਵਾਉਣੀ ਕੀਤੀ ਹੈ ਵੀ ਇਸ਼ਨਾਨ ਕਰਕੇ ਸਿੱਖਾਂ ਦੀ ਕਲਿਆਣ ਹੋ ਸਕੇ। ਉਤ ਦਿੱਲੀ ਮਹਿ ਅਕਬਰ ਸ਼ਾਹੂ। ਉਧਰ ਦਿੱਲੀ ਦੇ ਤਖਤ ਤੇ ਜਦੋਂ ਅਕਬਰ ਬਾਦਸ਼ਾਹ ਬੈਠਾ ਹੈ। ਜੈਮਲ ਫੱਤਾ ਰਹਿ ਤਿਸ ਪਾਹੂ। ਇਹਦੇ ਪਾਸ 2 ਜਰਨੈਲ ਸੀਗੇ, ਇੱਕ ਦਾ ਨਾਂ ਜੈਮਲ ਸੀ ਤੇ ਦੂਜਾ ਫਤਿਹ ਨਾਮ ਦਾ। 2 ਜਰਨੈਲ ਰਹਿੰਦੇ ਆ। ਵੱਡ ਜੋਧਾ ਦੋਨਾਂ ਰਜਪੂਤ। ਹੈ ਰਾਜਪੂਤ ਸੀ, ਇਹ ਛਤਰੀ ਰਾਜਪੂਤ ਹੈ ਤੇ ਬੜੇ ਯੋਧੇ ਸਨ, ਬੜੇ ਭਾਰੀ ਸੂਰਮੇ ਆ। ਲੱਖ ਤੁਰਕੇਸ਼ ਬਲੀ ਕੀ ਅਸੂਤ। ਦੋਵੇਂ ਭਰਾ ਹੀ ਸੀਗੇ। ਤੇ ਇਹ ਜਦੋਂ
ਅਕਬਰ ਨੇ ਵੇਖਿਆ ਵੀ ਬੜੇ ਸੂਰਬੀਰ ਬਲੀ ਯੋਧੇ ਐ, ਨਿਡਰ ਐ ਤੇ ਵਿਉਂਤ ਬੜੇ ਕੂਟਨੀਤਿਕ ਐ, ਰਾਜਨੀਤੀ ਵਾਲੇ ਐ, ਬੜੇ ਸਿਆਣੇ ਆ ਦੋਵੇਂ ਭਾਈ। ਅਕਬਰ ਨੇ ਇਸ ਤਰ੍ਹਾਂ ਜਦੋਂ ਜਾਣਿਆ ਹੈ ਗੜ ਚਿਤਾੜ ਕੋ ਰਾਜ ਤੇ ਕਰੰਤੇ ਤੁਰਕਾਂ ਦੇ ਰਾਜੇ ਅਕਬਰ ਨੇ ਬਲੀ ਜਾਣ ਕੇ ਫਿਰ ਇਹਨੂੰ ਆਪਦੇ ਮੇਲ ਮਿਲਾਪੀ ਭਾਵ ਨਜ਼ਦੀਕੀ ਜਰਨੈਲਾਂ 'ਚ ਰੱਖਿਆ ਤੇ ਚਿਤੌੜਗੜ੍ਹ ਦਾ ਜਿਹੜਾ ਕਿਲਾ ਸੀਗਾ ਉਹ ਇਹ ਇਲਾਕਾ ਇਹਨਾਂ ਨੂੰ ਦਿੱਤਾ ਗੁਜਰਾਤ ਵਿੱਚ। ਤੋ ਇਹ ਸਾਰਾ ਜਿਹੜਾ ਇਲਾਕਾ ਇਹਨਾਂ ਨੂੰ ਦਿੱਤਾ, ਇੱਥੇ ਹੀ ਇਹ ਰਾਜ ਕਰਦੇ ਸਨ। ਆਇਸ ਅਕਬਰ ਕੀ ਬਰਤੰਤੇ ਉਵੇਂ ਵਰਤਦੇ ਅਕਬਰ ਦੀ ਆਗਿਆ ਵਿੱਚ ਹੀ ਸੀ, ਜਿਵੇਂ ਅਕਬਰ ਪਾਤਸ਼ਾਹ ਕਹਿੰਦਾ ਹੈ ਉਸੇ ਤਰ੍ਹਾਂ ਹੀ ਕਰਦੇ ਸਨ। ਕਬ ਹੈ ਰਹਿ ਨਿਜ ਗੜ ਕੇ ਮਾਹੇ ਕਈ ਕਈ ਦਿਨ ਜਿਹੜੇ ਆਪ ਜਿੱਥੇ ਇਹਨਾਂ ਦਾ ਕਿਲਾ ਬਣਾਇਆ ਹੋਇਆ ਉੱਥੇ ਰਹਿੰਦੇ ਰਹੇ ਐ। ਕਬ ਦਿੱਲੀ ਮਹਿ ਅਕਬਰ ਤੇ ਪਾਹੇ ਕਈ ਵਾਰੀ ਕੰਮ ਪੈਂਦਾ ਤੇ ਕਿੰਨੇ ਕਿੰਨੇ ਦਿਨ ਦਿੱਲੀ ਫਿਰ ਦਰਬਾਰ ਵਿੱਚ ਹੀ ਰਹਿ ਲੈਂਦੇ ਆ ਅਕਬਰ ਪਾਸ। ਇੱਕ ਦਿਨ ਪਿਸ਼ਨ ਸੁਨਾਵਨ ਲਾਗਾ ਤੋ ਇਸ ਤਰ੍ਹਾਂ ਇਹ ਅਕਬਰ ਨਾਲ ਇਹਦਾ ਚੰਗਾ ਇਹਨਾਂ ਦੋਵਾਂ ਭਾਈਆਂ ਦਾ ਸੰਬੰਧ ਹੈ। ਕੋਈ ਚੁਗਲ ਹੁੰਦੇ ਜਿਹੜੇ, ਉਹ ਇੱਕ ਚੁਗਲ ਸੀਗਾ ਜਿਨ੍ਹਾਂ ਨੂੰ ਇਹਨਾਂ ਦਾ ਅਕਬਰ ਨਾਲ ਪ੍ਰੇਮ ਚੰਗਾ ਨਾ ਲੱਗਾ। ਉਹ ਅਕਬਰ ਨਾਲ ਚੁਗਲ ਜਿਹੜਾ ਆ ਕੇ ਫਿਰ ਚੁਗਲੀ ਕਰਦਾ, ਅਕਬਰ ਦੇ ਕੰਨ ਭਰਨ ਲੱਗਿਆ ਹੈ। ਸੁਨਹਾ ਖੁਦਾਵੰਦ ਤੁਮ ਵੱਡ ਭਾਗਾ ਖੁਸ਼ਾਵੰਦ ਖੁਦਾਵੰਦ ਹੈ ਅਕਬਰ ਪਾਤਸ਼ਾਹ, ਤੁਸੀਂ ਵੱਡੇ ਭਾਗਾਂ ਵਾਲੇ ਹੋ। ਤੋ ਬਾਦਸ਼ਾਹ ਪਾਤਸ਼ਾਹ ਹੋ, ਮੇਰੀ ਵੀ ਬੇਨਤੀ ਸੁਣ ਲਵੋ। ਤੀਨ ਵਸਤ ਜੈਮਲ ਕਰ ਮਾਹੇ ਇਹ ਚੁਗਲ ਕਹਿੰਦਾ ਹੈ ਵੀ ਜਿਹੜਾ ਜੈਮਲ ਫੱਤਾ ਹੈ ਨਾ, ਇਹਨਾਂ ਦੋ ਭਾਈਆਂ ਦੇ ਘਰੇ ਤਿੰਨ ਵਸਤੂਆਂ ਬੜੀਆਂ ਸੁੰਦਰ ਹਨ। ਸੋਰਾਵਰ ਕੇ ਉਚਤੀ ਆਹੇ ਤੇ ਉਹ ਤੁਹਾਡੇ ਯੋਗ ਹੈ, ਭਾਵ ਆਪ ਪਾਤਸ਼ਾਹ ਹੋ, ਤੁਹਾਡੇ ਪਾਸ ਵੀ ਉਹ ਵਸਤੂਆਂ ਨਹੀਂ ਜਿਹੜੀਆਂ ਇਹ ਜੈਮਲ ਦੇ ਘਰ ਵਿੱਚ ਹਨ। ਬਲੀ ਤੁਰੰਗਮ ਰੁਚਿਰ ਮਤੰਗ ਇੱਕ ਤਾਂ ਇਹਦੇ ਪਾਸ ਬੜਾ ਉੱਚੇ ਲੰਮੇ ਕੱਦ ਦਾ ਬਹੁਤ ਬਲ ਵਾਲਾ ਘੋੜਾ ਹੈ, ਜਿਹਦੀ ਦੌੜ ਬਰਾਬਰ ਕੋਈ ਘੋੜਾ ਹਿੰਦੁਸਤਾਨ ਕੀ ਅਰਬ ਵਿੱਚ ਵੀ ਨਹੀਂ ਦੌੜ ਸਕਦਾ। ਤੇ ਇੱਕ ਇਹਨਾਂ ਪਾਸ ਬਹੁਤ ਸੁੰਦਰ ਹਾਥੀ ਇਹ ਜੈਮਲ ਦੇ ਪਾਸ ਹੈ। ਦੋਨਹ ਕਰ ਰੱਖ ਹੈ ਵਿਧ ਸੰਗ ਤੇ ਬੜੀ ਵਿਧੀ ਨਾਲ ਇਹ ਲੁਕੋ ਕੇ ਆਪਦੇ ਘਰ ਵਿੱਚ ਜਿਹੜਾ ਬੜੇ ਢੰਗ ਤਰੀਕੇ ਨਾਲ ਪਹਿਰੇ ਹੇਠ ਇਹ ਜੈਮਲ ਰੱਖਦਾ, ਘੋੜੇ ਨੂੰ ਵੀ ਤੇ ਹਾਥੀ ਨੂੰ ਵੀ। ਇਹਾਂ ਨਾ ਆਨਤ ਤਰਾਸ ਵਿਚਰ ਤੇ ਕੈ ਤੁਹਾਡੇ ਕੋਲ ਕਦੀ ਲੈ ਕੇ ਨਹੀਂ ਆਉਂਦਾ, ਮਨ ਵਿੱਚ ਡਰ ਰੱਖਦਾ ਹੈ ਇਸ ਗੱਲ ਦਾ ਸ਼ਾਹੋ ਲਹਿ ਗੋਚਾਰ ਨਿਹਰ ਵੀ ਕੈ ਜੇ ਮੈਂ ਇੱਥੇ ਲੈ ਕੇ ਆਇਆ ਦਿੱਲੀ ਤੇ ਅਕਬਰ ਜਿਹੜਾ ਬਾਦਸ਼ਾਹ ਹੈ ਉਹ ਇਹ ਸੋਹਣੇ ਵੇਖ ਕੇ ਕਿਤੇ ਮੰਗ ਨਾ ਲਵੇ, ਨਾ ਕੀਤੀ ਨਹੀਂ ਜਾਣੀ। ਤੁਹਾਥੋਂ ਡਰਦਾ ਉਹ ਜੈਮਲ ਤੁਹਾਡੇ ਪਾਸ ਘੋੜਾ ਤੇ ਹਾਥੀ ਨਹੀਂ ਲੈ ਕੇ ਆਉਂਦਾ ਹੈ। ਇੱਕ ਜੈਮਲ ਤਨ ਜਾਤਨ ਸੁੰਦਰ ਪਰ ਇੱਕ ਜੈਮਲ ਜਿਹੜਾ ਇਹ ਰਾਜਪੂਤ ਹੈ ਦੇ ਘਰ ਵਿੱਚ ਇਸ ਦੀ ਪੁੱਤਰੀ ਹੈ ਬਹੁਤ ਸੁੰਦਰ, ਜੋ ਚਾਤਰਤਾ ਚੰਚਲ ਗਨ ਮੰਦਰ ਹਰ ਗੁਣਾਂ ਦਾ ਗੁਣ ਮੰਦਰ, ਗੁਣਾਂ ਦਾ ਮੰਦਰ ਹੈ। ਚਤੁਰਤਾ ਤੇ ਚੰਚਲਤਾ ਹੀ ਇਹਨਾਂ ਸਮੂਹ ਦਾ ਮੰਦਰ ਹੀ ਮੰਨਣਾ ਕਰੋ। ਕਮਲ ਪੱਤਰ ਵਿਸਤਾਰ ਬਿਲੋਚਨ ਅੱਜ ਇਸ ਦੇ ਨੇਤਰ ਜਿਹੜੇ ਆ ਕਮਲ ਦੇ ਪੱਤਰਿਆਂ ਵਾਂਗੂ, ਪੰਖੜੀਆਂ ਵਾਂਗੂ ਚੌੜੇ ਸੁੰਦਰ ਹਨ। ਵਿਖਤ ਕਟਾਛਨ ਧੀਰਜ ਮੋਚਨ ਪਰ ਜਦੋਂ ਕਟਾਕਸ਼ ਮਾਤਰ ਉਹ ਵੇਖੇ ਤੇ ਵੱਡੇ ਧੀਰਜ ਵਾਲਿਆਂ ਦੇ ਧੀਰਜ ਜਿਹੜੇ ਉਹ ਖੋਏ ਜਾਂਦੇ ਆ, ਕੱਟੇ ਜਾਂਦੇ ਆ। ਜਾਵਦ ਸ਼ਵਤ ਅਪਰ ਨਹਿ ਲੋਗ ਇਸ ਕਰਕੇ ਇਹ ਬਾਦਸ਼ਾਹ ਜਿੰਨਾ ਸਮਾਂ ਉਹ ਜਿੰਨੇ ਸਮੇਂ ਨੂੰ ਭਾਵ ਉਹਦਾ ਨਿਕਾਹ ਜਾਂ ਵਿਵਾਹ ਜਿਹੜਾ ਉਹ ਜੈਮਲ ਨੇ ਕਰਨਾ ਕਿਤੇ ਹੋਰ ਪਾਸੇ ਜਾਂ ਹੋਰ ਦੇ ਨਾਲ, ਤਾਵਦ ਸ਼ਾਹੋ ਆਪ ਕੇ ਜੋਗ ਤੇ ਉਸ ਤੋਂ ਪਹਿਲਾਂ ਉਹ ਆਪ ਯੋਗ ਹੈ, ਭਾਵ ਤੁਸੀਂ ਉਹ ਮੰਗ ਕਰੋ ਉਸ ਦੀ ਪੁੱਤਰੀ ਦੇ ਰਿਸ਼ਤੇ ਦੀ, ਉਹਦੇ ਨਾਲ ਵਿਵਾਹ ਰਚਾਓ, ਨਿਕਾਹ ਰਚਾਓ। ਤੁਸੀਂ ਇਸ ਤਰ੍ਹਾਂ ਕਰੋ ਜੈਮਲ ਸੇ ਜਾ ਚਾਹੋਗੇ ਜਬ ਹੂੰ ਕਿਉਂਕਿ ਜਦੋਂ ਤੁਸੀਂ ਜੈਮਲ ਦੇ ਪਾਸੋਂ ਇਹ ਰਿਸ਼ਤਾ ਮੰਗੋਗੇ ਉਸ ਦੀ ਪੁੱਤਰੀ ਦਾ, ਅਰ ਪਹਿ ਸੁਤਾ ਤੁਮ ਹੈ ਕੋ ਤਬ ਤੇ ਹੂੰ ਉਹ ਤੁਹਾਡਾ ਸੇਵਕ ਹੈ, ਭਾਵ ਇੱਥੇ ਸੈਨਾਪਤੀ ਜਰਨੈਲ ਹੈ, ਤੇ ਤੁਹਾਨੂੰ ਬਾਦਸ਼ਾਹ ਜਾਣ ਕੇ ਆਪਦੀ ਪੁੱਤਰੀ ਦਾ ਰਿਸ਼ਤਾ ਵੀ ਕਰ ਦੇਵੇਗਾ। ਨਹਿ ਜਗ ਮਹਿ ਕੋ ਤੁਮ ਤੇ ਆਛੋ ਤੇ ਹੋਰ ਉਹਨੂੰ ਕੀ ਚਾਹੀਦਾ, ਜੈਮਲ ਨੂੰ ਬਾਦਸ਼ਾਹ ਉਹਦਾ ਜਵਾਈ ਬਣਦਾ ਹੈ। ਜੈਮਲ ਦੇ ਵਾਸਤੇ ਵੱਡੀ ਗੱਲ ਹੈ ਵੀ ਬਾਦਸ਼ਾਹ ਜਿਹੜਾ ਹੈ ਤੁਹਾਡੇ ਵਰਗਾ ਹੈ ਬਾਦਸ਼ਾਹ ਜੀ, ਕੋਈ ਹੋਰ ਉਹਨੂੰ ਲੱਭਣਾ ਨਹੀਂ, ਮਿਲਣਾ ਨਹੀਂ। ਕੌਣ ਚੰਗਾ ਹੈ, ਭਾਗ ਵੱਡੇ ਰਾਵਰ ਕੇ ਜੇ ਬਾਂਛੋ ਤੇ ਇਹ ਆਪਦੇ ਮਾਰੇ ਵੱਡੇ ਹੀ ਭਾਗ ਹੋ ਜਾਣਗੇ ਬਾਦਸ਼ਾਹ ਜੇ ਤੁਸੀਂ ਮੰਗੋਗੇ ਉਸ ਦੀ ਪੁੱਤਰੀ ਦਾ ਰਿਸ਼ਤਾ। ਉਚਿਤ ਆਪ ਕੇ ਮੈਂ ਮਨ ਜਾਨੀ ਕਿਉਂਕਿ ਮੈਂ ਮਨ ਕਰਕੇ ਜਾਣਿਆ ਵੀ ਉਹ ਘੋੜਾ ਵੀ ਤੁਹਾਡੇ ਘਰ ਵਿੱਚ ਸੋਹਣਾ ਲੱਗੇਗਾ, ਹਾਥੀ ਵੀ, ਕਿਉਂਕਿ ਉਹ ਦਾਜ ਵਜੋਂ ਤੁਸੀਂ ਨਾਲ ਹੀ ਹਾਥੀ ਤੇ ਘੋੜਾ ਮੰਗ ਲੈਣਾ। ਉਹ ਚੁਗਲ ਵੀ ਨੀਤੀਵਾਨ ਹੈ, ਤੇ ਇਸ ਕਰਕੇ ਉਹਦੀ ਪੁੱਤਰੀ ਦਾ ਰਿਸ਼ਤਾ ਤੁਸੀਂ ਲਓ, ਤੁਹਾਡੇ ਯੋਗ ਹੈ ਉਹ ਰਿਸ਼ਤਾ ਜੋ ਲੈਣ ਮਾਤਰ ਹੈ। ਜਾਂ ਤੇ ਸਭ ਹੀ ਬਾਤ ਬਖਾਨੀ ਇਹ ਮੈਂ ਮਨ ਵਿੱਚ ਜਾਣਿਆ ਤੇ ਇਸ ਕਰਕੇ ਬਾਦਸ਼ਾਹ ਜੀ
ਮੈਂ ਤੁਹਾਡਾ ਜਿਹੜਾ ਵਾ ਸ਼ੁਭ ਚਿੰਤਕ ਹਾਂ, ਇਸ ਕਰਕੇ ਮਹਾਰਾਜ ਮੈਂ ਤੁਹਾਨੂੰ ਇਹ ਸਾਰੀ ਗੱਲ ਦੱਸੀ ਆ, ਉਹਦੇ ਘਰ ਦਾ ਭੇਦ ਦਿੱਤਾ ਹੈ। ਏਮ ਗੁਣ ਸੁਨ ਪਰਮਿਓ ਮਨ ਸ਼ਾਹੂ। ਇਹ ਸੁਣ ਕੇ ਜਿਹੜਾ ਬਾਦਸ਼ਾਹ ਜਿਹੜੇ ਹੁੰਦੇ ਆ ਵਿਸ਼ਈ ਹੁੰਦੇ ਆ, ਬਾਣੇ ਦਾ ਭਰਮ ਗਿਆ ਹੈ ਚੁਗਲ ਦੀ ਗੱਲ ਸੁਣ ਕਰਕੇ। ਅਕਬਰ ਸ਼ਾਹੋ ਤੁਰਕ ਨਰ ਨਾਹੂ। ਤੇ ਅਕਬਰ ਜਿਹੜਾ ਬਾਦਸ਼ਾਹ ਹੈ, ਇਹ ਤੁਰਕਾਂ ਦਾ ਜਿਹੜਾ ਬਾਦਸ਼ਾਹ ਬਣਿਆ ਹੋਇਆ, ਨਾਮ ਅਕਬਰ ਜੋ ਹੈ। ਪਠਿਓ ਵਕੀਲ ਤਬਹਿ ਤਿਸ ਡੇਰੇ। ਇਹ ਅਕਬਰ ਨੇ ਫਿਰ ਜਿਹੜਾ ਵਕੀਲ ਭੇਜਦੇ ਹੈ, ਬੜਾ ਚੁਸਤ ਚਲਾਕ ਵਕੀਲ, ਉਹ ਜੈਮਲ ਦੇ ਪਾਸ, ਇੱਥੇ ਦਿੱਲੀ ਠਹਿਰਿਆ ਹੋਇਆ ਸੀ ਜੈਮਲ ਫੱਤਾ, ਇਹਦੇ ਪਾਸ ਭੇਜ ਦਿੱਤਾ ਹੈ। ਕਹਿ ਕਰ ਲਾਲਚ ਦੇਨ ਬਡੇਰੇ। ਤੇ ਉਹਨੂੰ ਕਿਹਾ ਵੀ ਉਹਨੂੰ ਜਾ ਕੇ ਜੈਮਲ ਨੂੰ ਲਾਲਚ ਦੇ ਵੀ ਮੈਨੂੰ ਪੁੱਤਰੀ ਦਾ ਰਿਸ਼ਤਾ ਕਰ ਦੇਵੇ, ਕਿਉਂਕਿ ਅਕਬਰ ਦੀ ਉਮਰ ਬਹੁਤ ਸੀ ਉਸ ਸਮੇਂ। ਤੋ ਇਸ ਤਰ੍ਹਾਂ ਇਹ ਕਹਿ ਰਿਹਾ ਹੈ ਵਕੀਲ ਨੂੰ ਵੀ ਜਾ ਕਰਕੇ ਉਹ ਜੈਮਲ ਨੂੰ ਰਿਸ਼ਤੇ ਦਾ ਲਾਲਚ ਦੇਣਾ ਕਰ, ਜਾਂ ਰਿਸ਼ਤਾ ਮਨਾਉਣ ਵਾਸਤੇ ਜੋ ਵੀ ਲਾਲਚ ਦੇ ਬਹੁਤ ਵੱਡਾ। ਜੈਮਲ ਨਿਕਟ ਜਾਏ ਤਬ ਕਹਿਓ। ਉਹ ਇਸ ਤਰ੍ਹਾਂ ਭੇਜਿਆ ਹੋਇਆ ਵਕੀਲ ਅਕਬਰ ਦਾ ਜੈਮਲ ਦੇ ਪਾਸ ਪਹੁੰਚਿਆ, ਜਾ ਕੇ ਜੈਮਲ ਨੂੰ ਕਹਿੰਦਾ ਹੈ, ਸ਼ਾਹੋ ਪ੍ਰਸੰਨ ਤਮਹਾ ਪਰ ਲਹਿਓ। ਕਹਿੰਦਾ ਹੈ ਰਾਜਪੂਤ ਯੋਧੇ ਜੈਮਲ ਜੀ, ਜਿਹੜਾ ਅਕਬਰ ਬਾਦਸ਼ਾਹ ਨੂੰ ਤੁਹਾਡੇ ਤੇ ਬੜਾ ਪ੍ਰਸੰਨ ਹੋਇਆ ਹੈ, ਬਹੁਤ ਖੁਸ਼ ਹੋ ਰਿਹਾ ਹੈ। ਬਾਹੋ ਹਿਤ ਕਰਕੈ ਮੋਹਿ ਪਠਾਵਾ। ਤੇ ਉਹਨੇ ਬੜੇ ਪ੍ਰੇਮ, ਤੁਹਾਡਾ ਪ੍ਰੇਮ ਕਰਦਿਆਂ ਹੋਇਆਂ, ਪ੍ਰੇਮ ਸਹਿਤ ਬੜਾ ਪ੍ਰੇਮ ਵਸ ਹੋ ਕੇ, ਤੁਹਾਡੇ ਪ੍ਰੇਮ ਦੇ ਵਸ ਹੋ ਕੇ ਮੈਨੂੰ ਇੱਥੇ ਤੁਹਾਡੇ ਪਾਸ ਭੇਜਿਆ ਹੈ। ਬਾਰ ਬਾਰ ਤਵ ਸਤੁਤ ਸੁਨਾਵਾ। ਤੇ ਤੁਹਾਡੀ ਉਸਤਤ ਜਿਹੜੀ ਆ ਨਾ, ਉਹ ਸਾਰੀਆਂ ਫੌਜਾਂ ਵਿੱਚ ਵੱਡੇ ਵੱਡੇ ਵਜ਼ੀਰਾਂ ਦੇ ਪਾਸ ਉਹ ਵਾਰ-ਵਾਰ ਬੜੀ ਉਸਤਤ ਕਰਦਾ ਹੈ ਵੀ ਜਿਹੜਾ ਜੈਮਲ ਫੱਤਾ ਹੈ ਉਹ ਦੋਵੇਂ ਭਰਾ ਹੀ। ਵੱਡੇ ਬਹਾਦਰ ਦੋਨਾਂ ਭਰਾਤਾ। ਉਹ ਬਾਦਸ਼ਾਹ ਕਹਿੰਦਾ ਹੈ ਵੀ ਉਹ ਦੋਵੇਂ ਭਰਾ ਬੜੇ ਯੋਧੇ ਹੈ, ਬੜੇ ਸੂਰਮੇ ਬਲੀ ਹਨ, ਤਿਨ ਸਮਾਨ ਮੈਂ ਅਪਰ ਨ ਜਾਤਾ। ਤੇ ਬੜੇ ਬਹਾਦਰ ਹੈ, ਇਹਨਾਂ ਦੋਹਾਂ ਭਰਾਵਾਂ ਦੇ ਵਰਗਾ ਸੂਰਮਾ ਅਕਬਰ ਕਹਿੰਦਾ ਮੈਂ ਹੋਰ ਨਹੀਂ ਕੋਈ ਵੇਖਿਆ ਅੱਜ ਤੀਕਰ। ਮੁਝ ਸੋ ਕਰ ਹੈ ਸਬੰਧ ਬਣਾਏ। ਤੇ ਇਸ ਕਰਕੇ ਉਹ ਅਕਬਰ ਬਾਦਸ਼ਾਹ ਚਾਹੁੰਦਾ ਹੈ ਵੀ ਜੈਮਲ ਜਿਹੜਾ ਨਾ ਆਪਣੀ ਪੁੱਤਰੀ ਦਾ ਰਿਸ਼ਤਾ ਮੈਨੂੰ ਕਰ ਭਾਵੇ, ਬਾਦਸ਼ਾਹ ਅਕਬਰ ਨੂੰ ਕਰਕੇ ਤੇ ਮੇਰੇ ਨਾਲ ਸੰਬੰਧੀ ਬਣ ਜਾਵੇ, ਸੰਬੰਧ ਕਾਇਮ ਕਰ ਲਵੇ। ਕਹਿਓ ਮੋਹਿ ਮਨ ਹਰ ਖਾਏ। ਤੇ ਜੇ ਕਿਤੇ ਇਹ ਜੈਮਲ ਮੇਰੀ ਗੱਲ ਮੰਨ ਲਵੇ ਤੇ ਮੈਂ ਹਰਖਾਏ, ਬਾਦਸ਼ਾਹ ਕਹਿੰਦਾ ਮੈਂ ਬਹੁਤ ਖੁਸ਼ ਹੋ ਜਾਵਾਂਗਾ। ਤਿਨ ਕੇ ਮਨ ਸਭ ਤਿਨ ਕੋ ਮਨ ਸਭ ਕਰਬ ਵਡੇਰੇ। ਤੇ ਬਾਕੀ ਉਹ ਕਹਿੰਦਾ ਹੈ ਬਾਦਸ਼ਾਹ ਅਕਬਰ ਕਿ ਤੁਹਾਨੂੰ ਬੜੇ ਉੱਚੇ ਅਹੁਦੇ ਦੇਵੇਗਾ, ਜੇ ਤੁਸੀਂ ਪੁੱਤਰੀ ਦਾ ਰਿਸ਼ਤਾ ਬਾਦਸ਼ਾਹ ਅਕਬਰ ਨੂੰ ਕਰੋ ਤੇ ਇਹ ਜੈਮਲ ਜੀ ਫਤਾ ਜੀ ਉਹ ਤੁਹਾਨੂੰ ਬੜੇ ਉੱਚੇ ਅਹੁਦੇ ਰੁਤਬੇ ਦੇਵੇਗਾ। ਹੁਕਮ ਹੋਏ ਤਿਨ ਦੇਸ਼ਨ ਮੇਰੇ। ਤੇ ਜਿੱਥੇ ਜਿੱਥੇ ਮੇਰਾ ਦੇਸ਼ ਹੈ, ਅਕਬਰ ਕਹਿੰਦਾ ਉੱਥੇ ਸਾਰੇ ਥਾਂ ਜੈਮਲ ਦਾ ਹੀ ਹੁਕਮ ਚੱਲੇਗਾ, ਸਭ ਪਾਸੇ ਜਿਵੇਂ ਜੈਮਲ ਆਖੇਗਾ ਉਸੇ ਤਰ੍ਹਾਂ ਹੀ ਸਭ ਕਿਰਿਆ ਹੋਵੇਗੀ। ਆਪਣੀ ਸੁਤਾ ਦੇਹ ਮੁਝ ਵਿਆਹੇ। ਤੇ ਸ਼ਰਤ ਇਹ ਆ ਵੀ ਆਪਣੀ ਪੁੱਤਰੀ ਦਾ ਜਿਹੜਾ ਵਿਆਹ ਹੈ ਉਹ ਵਿਵਾਹ ਮੇਰੇ ਤਾਈ ਮੇਰੇ ਨਾਲ ਕਰ ਦੇਵੇ। ਹੈ ਹਾਥੀ ਦਾਇਜ ਦੈ ਤਾਹੇ। ਤੇ ਲੈਣਾ ਕੁਝ ਨਹੀਂ, ਬਸ ਦਾਜ ਵਿੱਚ ਜਿਹੜਾ ਇੱਕ ਘਰੇ ਘੋੜਾ ਇਹਦੇ ਪਾਸ ਜੈਮਲ ਪਾਸ ਸੁੰਦਰ ਤੇ ਇੱਕ ਸੁੰਦਰ ਹਾਥੀ, ਇਹ ਦੋਵੇਂ ਹੀ ਦਾਜ ਵਿੱਚ ਆਪਣੀ ਪੁੱਤਰੀ ਨੂੰ ਦੇ ਦੇਵੇ। ਇਸ ਤੇ ਪਰੈ ਖੁਸ਼ੀ ਨਹਿ ਮੋਹੇ। ਇਸ ਤੋਂ ਵੱਡੀ ਮੇਰੇ ਵਾਸਤੇ ਅਕਬਰ ਪਾਤਸ਼ਾਹ ਕਹਿੰਦਾ ਹੈ ਕਿ ਹੋਰ ਕੋਈ ਖੁਸ਼ੀ ਨਹੀਂ ਹੋਵੇਗੀ। ਜੈਮਲ ਕੋ ਅਤਿਸ਼ੈ ਹਿਤ ਹੋਹੇ। ਤੇ ਜਿਹੜਾ ਹਿਤ ਭਾਵ ਕਿ ਜਿਹੜਾ ਜੈਮਲ ਹੈ ਨਾ, ਜੈਮਲ ਦਾ ਅਤਿਸ਼ੇ ਕਰਕੇ ਬਹੁਤ ਹਿਤ ਭਲਾ ਹੋਵੇਗਾ, ਇਸੇ ਵਿੱਚ ਹੀ ਜੈਮਲ ਦਾ ਭਲਾ ਹੈ, ਬਹੁਤ ਵੱਡੇ ਰੁਤਬੇ ਮਿਲਣਗੇ। ਅਕਬਰ ਪਾਤਸ਼ਾਹ ਦੇ ਸਾਰੇ ਜਿਹੜਾ ਵਾ ਰਾਜ ਭਾਗ ਵਿੱਚ ਜੈਮਲ ਤੇਰਾ ਹੁਕਮ ਚੱਲੇਗਾ। ਇਸ ਤਰ੍ਹਾਂ ਬਾਦਸ਼ਾਹ ਕਹਿੰਦਾ ਤੇਰਾ ਇਸੇ 'ਚ ਹੀ ਭਲਾ ਹੈ। ਇਹ ਅਕਬਰ ਨੇ ਆਖ ਸੁਣਾਇਆ ਹੈ। ਸੁਨ ਰਜਪੂਤ ਮਹਾ ਦੁਖ ਮਾਨਾ। ਤੇ ਸੁਣ ਕੇ ਨਾ, ਹੁਣੇ ਰਾਜਪੂਤ ਸੀ, ਅਣਖੀ ਸੀਗਾ ਜੈਮਲ, ਸੁਣ ਕੇ ਜੈਮਲ ਨੇ ਬਹੁਤ ਮਨ ਵਿੱਚ ਦੁੱਖ ਮਨਾਇਆ ਹੈ। ਹਨਿਓ ਕਾਨ ਜਨ ਤਾਨ ਸੁਬਾਨਾ। ਮਾਨੋ ਕਿਸੇ ਨੇ ਕੰਨ ਵਿੱਚ ਸੰਨ ਕੇ ਤੀਰ ਮਾਰ ਦਿੱਤਾ ਹੋਵੇ, ਉਹ ਬੋਲ ਨਹੀਂ ਵਕੀਲ ਦੇ, ਮਾਨੋ ਤੀਰ ਵੱਜੇ ਹੋਣ। ਕਿਤਕ ਕਾਲ ਕਰ ਮਾਨ ਅਡੋਲਾ। ਤੇ ਐ ਅਡੋਲ ਇੱਕ ਰਸ ਖੜਾ ਹੋਇਆ, ਜੈਮਲ ਕੁਝ ਕੁ ਸਮਾਂ ਨਾ ਬੋਲਿਆ, ਚੁੱਪ ਹੋ ਰਿਹਾ ਹੈ। ਪੁਨ ਜੈਮਲ ਮੁਖ ਤੇ ਬਚ ਬੋਲਾ। ਤੇ ਫਿਰ ਨੀਤੀਵਾਨ ਸੀ ਰਾਜਪੂਤ ਜੈਮਲ, ਫਿਰ ਕੁਝ ਸਮਾਂ ਚੁੱਪ ਰਿਹਾ, ਫਿਰ ਇਹ ਬੋਲਿਆ ਇਸ ਵਕੀਲ ਦੇ ਤਾਈ। ਤੁਰਕ ਸ਼ਾਹੋ ਹਮ ਹਿੰਦੂ ਧਰਮ। ਕਹਿੰਦਾ ਵੀ ਗੱਲ ਇਹ ਆ ਵੀ ਉਹ
ਤੁਰਕਾਂ ਦਾ ਬਾਦਸ਼ਾਹ ਹੈ, ਤੁਰਕ ਹੈ, ਤੇ ਸਾਡਾ ਧਰਮ ਹਿੰਦੂ ਹੈ। ਨਹੀਂ ਸਮਾਨ ਦੋਹਨ ਕੇ ਕਰਮ, ਹਾਂ, ਤੇ ਸਾਡੇ ਕਰਮ ਵੀ ਸਮਾਨ ਨਹੀਂ, ਭਾਵ ਉਹ ਜਿਵੇਂ ਗਊ ਖਾਂਦੇ ਅਸੀਂ ਪੂਜਦੇ ਆ, ਉਹ ਮੁਸਲਮਾਨ ਜਿਹੜੇ ਉਹ ਇੱਕੋ ਹੀ ਛਾਬੇ 'ਚ ਰੱਖ ਕੇ ਖਾ ਲੈਂਦੇ ਆ ਨਾ ਇਕੱਠੀ, ਅਸੀਂ ਸੁੱਚਮ ਰੱਖਣ ਵਾਲੇ ਆ। ਇਸ ਤਰ੍ਹਾਂ ਉਹ ਜਿਵੇਂ ਦੱਖਣ ਦੇਸ਼ ਅਸੀਂ ਹਰੀ ਦਾ ਵਾਸਾ ਮੰਨਦੇ ਆ, ਇਹ ਪੱਛਮ ਲਹਿ ਮੁਕਾਮਾ ਪੱਛਮ ਦੇਸ਼ ਵਿੱਚ ਮੰਨਦੇ। ਹੋਰ ਵੀ ਸਾਡੇ ਬੜੇ ਕਰਮਾਂ ਵਿੱਚ ਜਿਹੜੀ ਵਿਪਰੀਤਤਾ ਹੈ, ਤੋ ਵਿਪਰਜਤਾ ਹੈ, ਉਲਟ ਹੈ। ਅਸੀਂ ਹਿੰਦੂ ਆ, ਤੁਰਕ ਹੈ, ਇਸ ਕਰਕੇ ਸੰਬੰਧ ਕਿਵੇਂ ਹੋਵੇਗਾ? ਸਾਡੇ ਦੋਵਾਂ ਦੇ ਕਰਮਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਅੰਤਰ ਰਾਤ ਦਿਵਸ ਕੋ ਤੇ ਆਹੈ, ਜਿਵੇਂ ਰਾਤ ਦਿਨ ਦਾ ਫਰਕ ਹੁੰਦਾ ਹੈ, ਇਸ ਤਰ੍ਹਾਂ ਸਾਡੇ ਕਰਮ ਕਿਰਿਆ ਵਿੱਚ ਜਿਵੇਂ ਉਹ ਦਫਨਾਉਂਦੇ ਆ ਅਸੀਂ ਫੂਕਦੇ ਆ, ਕਰਮ ਕਿਰਿਆ ਵਿੱਚ ਸਾਰੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਕਿਮ ਸਮਤਾ ਤਿਸ ਕੀ ਹਮ ਲਹੈ, ਤੇ ਦੱਸੋ ਵਕੀਲ ਜੀ ਵੀ ਸਾਡੀ ਬਰਾਬਰੀ ਜਾਂ ਅਸੀਂ ਉਹ ਤੁਰਕਾਂ ਦੇ ਬਰਾਬਰ ਕਿਵੇਂ ਹੋ ਸਕਦੇ ਹਾਂ? ਆਪਸ ਬਿਖੈ ਬਿਪਰਜੈ ਰੀਤ, ਇਹ ਸਾਡੇ ਮੁਸਲਮਾਨਾਂ ਦੀ ਹਿੰਦੂਆਂ ਦੀ ਆਪਸ ਵਿੱਚ ਵਿਪਰਜੈ ਰੀਤ ਹੈ, ਰੀਤੀ ਰਿਵਾਜ ਵੀ ਸਾਰੇ ਉਲਟ ਹਨ। ਕਰੇ ਵਿਚਾਰ ਬਨਹਿ ਨਹਿ ਨੀਤ, ਇਹ ਵਿਚਾਰ ਕਰਕੇ ਤੁਸੀਂ ਵੇਖੋ, ਇਹ ਨੀਤੀ ਇਹ ਯੋਗ ਗੱਲ ਨਹੀਂ ਬਣਦੀ ਵਕੀਲ ਜੀ, ਜਿਹੜੀ ਬਾਦਸ਼ਾਹ ਜੀ ਕਰ ਰਹੇ ਆ, ਇਹ ਕਿਸੇ ਤਰ੍ਹਾਂ ਵੀ ਗੱਲ ਯੋਗ ਨਹੀਂ ਹੈ। ਅਸਮੰਜਸ ਇਹੋ ਕਿਮ ਬਨ ਆਵੈ, ਤੇ ਇਹ ਅਸਮੰਜਸ ਭਾਵ ਸਮਝ ਤੋਂ ਪਰੇ ਗੱਲ ਹੈ, ਇਹ ਕੰਮ ਕਿਵੇਂ ਬਣਾ ਸਕਦਾ ਹੈ? ਨਾ ਮੁਮਕਿਨ ਹੈ। ਪ੍ਰਾਤਨ ਮੈਂ ਕਿਆ ਬਦਨ ਦਿਖਾਵੈ, ਤੇ ਬਾਕੀ ਅਸੀਂ ਆਪਦੀ ਪੁੱਤਰੀ ਦਾ ਰਿਸ਼ਤਾ ਇੱਕ ਤੁਰਕ ਨੂੰ ਕਰਕੇ ਤੇ ਆਪਦੇ ਭਾਈਚਾਰੇ ਵਿੱਚ ਕੀ ਮੂੰਹ ਵਿਖਾਵਾਂਗਾ ਮੈਂ? ਏਮ ਸੁਨ ਦੂਤ ਜਾਏ ਸੁਧ ਦੀਨਸ, ਉਹ ਇਸ ਤਰ੍ਹਾਂ ਉਹ ਫਿਰ ਮੁੜ ਗਿਆ, ਵਕੀਲ ਜਿਹੜਾ ਭੇਜਿਆ ਬਾਦਸ਼ਾਹ ਦਾ, ਉਹ ਜਾ ਕੇ ਫਿਰ ਅਕਬਰ ਬਾਦਸ਼ਾਹ ਨੂੰ ਉਹਨੇ ਸਾਰੀ ਸੁਧ ਦਿੱਤੀ ਹੈ, ਜਿਵੇਂ ਜੈਮਲ ਨੇ ਸੁਣਾਇਆ ਉਹ ਜਾ ਕੇ ਅਕਬਰ ਬਾਦਸ਼ਾਹ ਨੂੰ ਸੁਣਾ ਦਿੱਤੀ ਹੈ। ਖੁਦਾਵੰਦ ਨਹਿ ਮਾਨਨ ਕੀਨਸ, ਕਹਿੰਦਾ ਇਹ ਖੁਦਾਵੰਦ ਬਾਦਸ਼ਾਹ, ਉਹ ਜੈਮਲ ਫਤਿਹ ਜਿਹੜਾ ਜਾਂ ਜੈਮਲ ਹੈ, ਉਹ ਨਹੀਂ ਰਾਜਪੂਤ ਮੰਨ ਰਿਹਾ ਜਿਵੇਂ ਤੁਸੀਂ ਆਖਿਆ, ਮੈਂ ਸੁਣਾਇਆ ਹੈ, ਪਰ ਉਹ ਲਾਲਚ ਨਾਲ ਵੀ ਨਹੀਂ ਗੱਲ ਮੰਨਿਆ ਹੈ। ਕਹਿਤ ਭਏ ਹਮ ਹੈ ਰਜਪੂਤ, ਉਹ ਕਹਿੰਦਾ ਅਸੀਂ ਰਾਜਪੂਤ ਹੁੰਦੇ ਹਾਂ। ਤੁਰਕੇਸ਼ਰ ਸੋ ਕਿਮ ਹੋਏ ਸੂਤ, ਤੇ ਸਾਡੀ ਤੁਰਕੇਸ਼ਵਰ ਤੁਰਕਾਂ ਦੇ ਰਾਜੇ ਨਾਲ ਭਾਵ ਇੱਕ ਤੁਰਕ ਮੁਸਲਮਾਨ ਨਾਲ ਸਾਡੀ ਹਿੰਦੂਆਂ ਦੀ ਰਾਜਪੂਤਾਂ ਦੀ ਕਿਵੇਂ ਬਣ ਆਵੇਗੀ? ਨਹੀਂ ਸੰਬੰਧ ਬਣ ਸਕਦਾ ਹੈ। ਨਿਸਬਾਸਰ ਰਹਿ ਆਏ ਸਕਾਰੀ, ਤੋ ਬਾਕੀ ਉਹਨੇ ਵੀ ਕਿਹਾ ਜੈਮਲ ਨੇ ਕਿ ਮੈਂ ਬਾਦਸ਼ਾਹ ਦਾ ਆਗਿਆਕਾਰੀ ਹਾਂ, ਕੋਈ ਆਕੀ ਨਹੀਂ, ਅਸੀਂ ਸਦਾ ਦਿਨ ਰਾਤ ਹੀ ਬਾਦਸ਼ਾਹ ਦੇ ਦੋਵੇਂ ਭਰਾ ਆਗਿਆ ਵਿੱਚ ਰਹਿੰਦੇ ਆ ਤੇ ਅੱਗੇ ਵੀ ਰਹਾਂਗੇ। ਬੇਦ ਸੰਬੰਧ ਕੀ ਹੋਏ ਨਾ ਹਮਾਰੀ, ਵੀ ਆ ਸੰਬੰਧੀ ਹੋਣ ਵਾਲਾ ਕੰਮ ਜਿਹੜੀ ਇਹ ਗੱਲ ਮੈਂ ਤੁਹਾਡੀ ਮੋੜਦਾ ਵੀ ਇਹ ਮੈਂ ਨਹੀਂ ਕਰ ਸਕਦਾ, ਤੇ ਉਸ ਤਰ੍ਹਾਂ ਬਾਦਸ਼ਾਹ ਮੈਂ ਤੁਹਾਡੀ ਆਗਿਆ ਵਿੱਚ ਹਾਂ। ਦੋਹਰਾ ਪਰ ਹੈ ਜੰਗ ਜਹ ਸ਼ਾਹੋ ਕੋ, ਤੇ ਉਹਨੇ ਬਾਦਸ਼ਾਹ ਜੈਮਲ ਨੇ ਵੀ ਆਖਿਆ ਵੀ ਜੇ ਹੋਰ ਕੋਈ ਕੰਮ ਹੋਇਆ ਤੇ ਦੱਸੋ, ਵੀ ਇਹ ਨਹੀਂ ਮੈਂ ਕਰ ਸਕਦਾ, ਪੁੱਤਰੀ ਦਾ ਰਿਸ਼ਤਾ ਨਹੀਂ ਇੱਕ ਤੁਰਕ ਨੂੰ ਕਰ ਸਕਦਾ। ਬਾਕੀ ਜੇ ਕੋਈ ਹੋਰ ਕੰਮ ਹੈ, ਕੋਈ ਜੰਗ ਲੜਨਾ ਹੈ, ਕੋਈ ਬਾਦਸ਼ਾਹ ਤੇ ਭੀੜ ਬਣਦੀ ਹੈ, ਜੰਗ ਕੋਈ ਕਰਨਾ ਹੈ, ਤਹਾਂ ਸੁਧਾਰ ਹੈ ਕਾਰ, ਤੇ ਉੱਥੇ ਅਸੀਂ ਬਾਦਸ਼ਾਹ ਦਾ ਹਰੇਕ ਕੰਮ ਸਵਾਰਾਂਗੇ, ਅੱਗੇ ਮੂਹਰੇ ਹੋ ਕੇ ਛਾਤੀਆਂ ਡਾਵਾਂਗੇ ਦੋਵੇਂ ਭਾਈ। ਨਾਹੇ ਤਹਿਤ ਤੁਰਕੇਸ਼ ਕੇ, ਤੇ ਨਹੀਂ ਤਾਂ ਅਸੀਂ ਇਸ ਤੁਰਕੇਸ਼ ਭਾਵ ਬਾਦਸ਼ਾਹ ਅਕਬਰ ਦੇ ਵਾਸਤੇ ਪ੍ਰਾਣ ਦੇਹ ਲਲਕਾਰ, ਜੰਗ ਦੇ ਮੈਦਾਨ ਵਿੱਚ ਲਲਕਾਰ ਕੇ ਆਪਦੇ ਪ੍ਰਾਣ ਦੇ ਦੇਵਾਂਗੇ। ਕਿਤੇ ਬਾਦਸ਼ਾਹ ਸਾਨੂੰ ਕੰਮ ਪਾਵੇ ਸਹੀ, ਜਿੱਥੇ ਨਹੀਂ ਕੰਮ ਸਬਰਦਾ, ਕੋਈ ਵੱਡੀ ਵੱਡੀ ਜੰਗ ਮੁਹਿੰਮ ਤੇ ਵੀ ਅਸੀਂ ਸ਼ਹੀਦੀਆਂ ਦੇਣ ਨੂੰ ਤਿਆਰ ਹਾਂ, ਜੰਗ ਲੜਨ ਨੂੰ ਤਿਆਰ ਹਾਂ ਬਾਦਸ਼ਾਹ ਵਾਸਤੇ। ਚਾਉ ਪਈ ਕਰਹਿ ਸੰਬੰਧ ਨਾ ਧਰਮ ਹਮਾਰੋ, ਇਹ ਸੰਬੰਧ ਕਰ ਲਈਏ, ਰਿਸ਼ਤਾ ਕਰ ਲਈਏ ਇੱਕ ਦੂਜੇ ਨਾਲ, ਇਹ ਸਾਡਾ ਧਰਮ ਇਜਾਜ਼ਤ ਨਹੀਂ ਦਿੰਦਾ ਹੈ। ਨਿੰਦਹ ਜੀਵਤ ਜਗਤ ਮਝਾਰੋ, ਤੇ ਉਹ ਜੈਮਲ ਕਹਿੰਦਾ ਬਾਦਸ਼ਾਹ ਜੀ ਕਿ ਉਹ ਨਿੰਦਾ ਹੋਊਗੀ ਜਿਉਂਦਿਆਂ, ਮਰਨ ਤੋਂ ਬਾਅਦ ਸੰਸਾਰ ਦੇ ਵਿੱਚ ਜੰਮਦਿਆਂ ਵੀ ਤੇ ਮਰਨ ਤੋਂ ਬਾਅਦ ਵੀ ਸੰਸਾਰ ਵਿੱਚ ਨਿੰਦਾ ਹੋਏਗੀ। ਅਕਬਰ ਕੇ ਔਰ ਮਹਿਲ ਲਾਗੀ, ਵੀ ਲੋਕ ਆਖਣਗੇ ਵੀ ਇਹ ਇੱਕ ਰਾਜਪੂਤ ਹੋ ਕੇ ਤੇ ਡਰਦਿਆਂ ਨੇ ਆਪਦੀ ਧੀ ਪੁੱਤਰੀ ਦਾ ਰਿਸ਼ਤਾ ਜਿਹੜਾ ਵੇ ਅਕਬਰ ਨੂੰ ਦੇ ਦਿੱਤਾ ਹੈ, ਜਾਂ ਰਾਜ ਭਾਗ ਲੈਣ ਦਿਆਂ ਮਾਰਿਆਂ ਨੇ। ਤੋ ਅਕਬਰ ਕੀ ਔਰ ਮਹਿਲ ਲਾਗੀ, ਜਿਹੜਾ ਅਕਬਰ ਬਾਦਸ਼ਾਹ ਹੈ, ਹੁਣ ਚੁਗਲ ਦੀਆਂ ਗੱਲਾਂ ਸੁਣ ਕੇ ਵਿਸ਼ਈ ਬਾਦਸ਼ਾਹ ਦੇ ਮਨ ਵਿੱਚ ਇਉਂ
ਬਿਰਤੀ ਮਨ ਨੂੰ ਲੱਗੀ ਹੋਈ ਹੈ। ਸੁਨ ਗੁਣ ਤੀਓ ਕੇ ਲਾਲਸ ਜਾਗੀ। ਕਿਉਂਕਿ ਨੇ ਜੈਮਲ ਦੀ ਪੁੱਤਰੀ ਦੇ ਬਹੁਤ ਗੁਣ ਸੁਣ ਕਰਕੇ ਤੇ ਮਨ ਵਿੱਚ ਉਹਨੂੰ ਪ੍ਰਾਪਤ ਕਰਨ ਦੀ ਜਿਹੜੀ ਲਾਲਸਾ ਹੈ ਅਕਬਰ ਬਾਦਸ਼ਾਹ ਦੇ ਹਿਰਦੇ ਲੱਗੀ ਹੋਈ ਹੈ। ਪੁਨਹ ਦੂਤ ਸੋ ਕੀਨ ਬਖਾਨ। ਅਕਬਰ ਨੇ ਫਿਰ ਦੁਬਾਰਾ ਇਸ ਦੂਤ ਦੇ ਤਾਈਂ ਉਸੇ ਵਕੀਲ ਨੂੰ ਫੇਰ ਆਖਿਆ ਹੈ ਬਾਹਰ ਜਾਏ ਕਹੋ ਦੇ ਸਨਮਾਨ। ਵੀ ਇੱਕ ਵਾਰੀ ਜਾ ਕੇ ਫਿਰ ਸਤਕਾਰ ਆਦਰ ਮਾਣ ਦੇ ਨਾਲ ਉਹ ਜੈਮਲ ਨੂੰ ਸਮਝਾਉਣਾ ਕਰ। ਮੁਝ ਤੇ ਭਲੋ ਜਗਤ ਮਹਿ ਕਾਨ। ਵੀ ਉਹਨੂੰ ਆਖ ਵੀ ਮੈਂ ਬਾਦਸ਼ਾਹ ਹਿੰਦੁਸਤਾਨ ਦਾ ਤੇ ਮੇਰੇ ਤੋਂ ਚੰਗਾ ਉਹਨੂੰ ਰਿਸ਼ਤਾ ਕੌਣ ਲੱਭ ਸਕੇਗਾ, ਸੰਸਾਰ ਦੇ ਸਾਰੇ ਦੇ ਵਿੱਚ ਨਹੀਂ ਮਿਲ ਸਕੇਗਾ। ਤਨ ਜਾ ਕੋ ਦਹਿ ਜਿਸ ਭਾਨ। ਤੇ ਜੇ ਉਹਦੀ ਜਿਹੜੀ ਪੁੱਤਰੀ ਵੈ ਉਹ ਸਾਡੇ ਘਰ ਵਿੱਚ ਜੇ ਆਉਂਦੀ ਹੈ ਨਿਕਾਹ ਕਰਕੇ ਮੇਰੇ ਨਾਲ ਮਾਮ ਕਰ ਮਹਿ ਬੇਗਮ ਕਹਿਲਾਵੇ। ਤੇ ਉਹ ਫਿਰ ਹੁਣ ਤਾਂ ਆਮ ਸਧਾਰਨ ਇੱਕ ਰਾਜਪੂਤ ਦੀ ਪੁੱਤਰੀ ਹੈ ਤੇ ਫਿਰ ਬੇਗਮ ਕਹਿਲਾਵੇਗੀ। ਬਾਦਸ਼ਾਹ ਦੀ ਜਿਹੜੀ ਬੇਗਮ ਅਖਵਾਈ ਜਾਵੇਗੀ। ਸਭ ਜਹਾਨ ਜਿਹੋ ਸੀਸ ਨਿਵਾਵੇ। ਜੈਮਲ ਨੂੰ ਸਮਝਾਓ ਵੀ ਉਹਦੀ ਪੁੱਤਰੀ ਨੂੰ ਸਾਰਾ ਸੰਸਾਰ ਹੀ ਸੀਸ ਨਿਵਾਏਗਾ, ਮੱਥੇ ਟੇਕੇਗਾ। ਜਿਸ ਤੇ ਪਰੈ ਨਹੀਂ ਵਡਿਆਈ। ਇਸ ਤੋਂ ਵੱਡੀ ਵਡਿਆਈ ਕੋਈ ਹੈ ਜਿਹਨੂੰ ਸਾਰਾ ਹਿੰਦੁਸਤਾਨੀ ਜਿਸ ਦੀ ਪੁੱਤਰੀ ਧੀ ਨੂੰ ਸੀਸ ਨਿਵਾਉਂਦਾ ਹੋਵੇ। ਰਾਉ ਰੰਕ ਮੈਂ ਕਰਬ ਬਨਾਈ। ਔਰ ਜਿਹੜੇ ਵੈ ਇਹਨੂੰ ਵੀ ਜੈਮਲ ਨੂੰ ਵੀ ਕਹਿ ਦਿਓ ਵੀ ਤੈਨੂੰ ਰੰਕ ਨੂੰ ਭਾਵ ਸਧਾਰਨ ਜਰਨੈਲ ਨੂੰ ਮੈਂ ਰਾਜਾ ਬਣਾ ਦਿਆਂਗਾ। ਇੱਕ ਪਾਸੇ ਦਾ ਸਾਰਾ ਰਾਜ ਭਾਗ ਤੈਨੂੰ ਦੇ ਦੇਵਾਂਗਾ। ਦੇਹੋ ਸੁਤਾ ਨਿਜ ਹੱਠ ਕੋ ਖੋਵਹ। ਤੇ ਉਹਨੂੰ ਸਮਝਾਓ ਕਿ ਆਪਦੀ ਪੁੱਤਰੀ ਦਾ ਰਿਸ਼ਤਾ ਮੈਨੂੰ ਕਰੇ ਤੇ ਆਪਦਾ ਹੱਠ ਜਿਹੜਾ ਕੀਤਾ ਹੋਇਆ ਇਹ ਛੱਡ ਦੇਵੇ। ਜੈਮਲ ਨੂੰ ਆਖੋ ਆਗੇ ਤੇ ਚੌਗੁਣ ਅਬ ਹੋਵਹ। ਤੇ ਅੱਗੇ ਤੋਂ ਚੌਗਣਾ ਹੋ ਜਾਵੇ। ਜਿੰਨਾ ਰਾਜ ਭਾਗ ਦੇ ਪਾਸ ਹੈ ਚੌਗਣੀ ਜਗੀਰ ਮੈਨੂੰ ਹੋਰ ਦੇ ਦੇਵਾਂਗਾ। ਅੱਗੇ ਤੋਂ 4 ਗੁਣਾ ਵੱਧ ਅਹੁਦੇ ਵਾਲਾ ਹੋ ਜਾਵੇਗਾ। ਜਬ ਇਮ ਕਹਿਓ ਨਾ ਮੰਨੈ ਸੋਏ। ਤੇ ਜਦੋਂ ਇਹ ਕਿਹਾ ਹੋਇਆ ਉਹ ਅਕਬਰ ਕਹਿੰਦਾ ਜੇਕਰ ਉਹ ਨਹੀਂ ਮੰਨਦਾ ਨਾ ਮੇਰੀ ਕਹੀ ਹੋਈ ਗੱਲ ਦੇ ਤਾਈਂ ਆਪਣੇ ਹੱਠ ਮਹਿ ਰਹਿ ਖਰੋਏ। ਤੇ ਆਪਦੇ ਹੱਠ ਵਿੱਚ ਹੀ ਖੜਾ ਹੋਇਆ ਵੀ ਗੱਲ ਨਾ ਮੰਨੇ ਹੀ ਨਾ ਜੀ ਰਿਸ਼ਤਾ ਕਰਨ ਨੂੰ ਵਕੀਲ ਨੂੰ ਅਕਬਰ ਇਉਂ ਕਹਿੰਦਾ। ਤਬ ਮੇਰੇ ਦਲ ਬਲ ਕੋ ਤਰਾਸ। ਤੇ ਫਿਰ ਮੇਰੀ ਫੌਜ ਦਾ ਵੀ ਮਗਰੋਂ ਡਰ ਦੇ ਦੇਈਂ ਤੇ ਵੀ ਆਪਦਾ ਹਿਸਾਬ ਲਾ ਲੈ। ਪਹਿਲਾਂ ਉਹਨੂੰ ਲਾਲਚ ਦਿਓ ਸਾਮ ਦਾਮ ਦੰਡ ਭੇਦ, ਜੇ ਨਹੀਂ ਤੇ ਫਿਰ ਦੰਡ। ਉਹਨੂੰ ਸਾਡੀ ਫੌਜ ਦਾ ਡਰ ਦੇਈਂ ਵੀ ਜੰਗ ਵਾਸਤੇ ਤਿਆਰ ਰਹੇ। ਕਰਹਾ ਸੁਨਾਵਨ ਸਭ ਤਿਨ ਪਾਸ। ਜਾਓ ਵਕੀਲ ਜੀ ਜਾ ਕੇ ਤੇ ਜੈਮਲ ਨੂੰ ਸਾਰੀ ਗੱਲ ਸੁਣਾ ਦੇਵੋ। ਭਵ ਮੰਡਲ ਮਹਿ ਕਹਾਂ ਪਲਾਵਹ। ਤੇ ਵੀ ਭਵ ਮੰਡਲ ਸੰਸਾਰ ਵਿੱਚ ਕਿੱਥੇ ਲੁਕ ਜਾਵੇਂਗਾ ਜੇ ਬਾਦਸ਼ਾਹ ਨਾਲ ਵਿਗੜ ਗਈ ਤਾਂ। ਕਹਾਂ ਜਾਏ ਬਸ ਪ੍ਰਾਨ ਬਚਾਵਹ। ਕਿੱਥੇ ਜਾ ਕੇ ਤੇ ਲੁਕ ਕੇ ਆਪਦੀ ਜਾਨ ਬਚਾ ਲਵੇਂਗਾ। ਕਿੱਥੇ ਵਸੇਗਾ ਸੰਸਾਰ ਵਿੱਚ, ਕਿਤੇ ਨਹੀਂ ਥਾਂ ਮਿਲਣੀ ਹੈ। ਸ਼ਾਹੋ ਗਹ ਹੈ ਤੁਮਕੋ ਸਭ ਠੌਰ। ਤੇ ਉਹਨੂੰ ਜਾ ਕੇ ਆਖੋ ਵੀ ਜਿਹੜਾ ਇਹ ਹੈ ਨਾ ਸ਼ਾਹੋ ਬਾਦਸ਼ਾਹ ਉਹ ਤੈਨੂੰ ਕੈਦ ਕਰ ਲਵੇਗਾ, ਫੜ ਲਵੇਗਾ। ਨਹੀਂ ਬਚਾਏ ਸਕਹਿ ਕੋ ਔਰ। ਤੇ ਕੋਈ ਵੀ ਤੈਨੂੰ ਬਚਾ ਨਹੀਂ ਸਕੇਗਾ, ਤੈਨੂੰ ਗਾੜੀ ਉਮਰ ਕੈਦ ਦੇਵੇਗਾ। ਸੁਨ ਅਕਬਰ ਤੇ ਗਮਨਿਓ ਦੂਤ। ਇਹ ਗੱਲ ਅਕਬਰ ਨੇ ਆਖੀ ਹੈ ਆਪਦੇ ਰਾਜਦੂਤ ਨੂੰ, ਵਕੀਲ ਨੂੰ। ਵਕੀਲ ਇੱਥੋਂ ਤੁਰਿਆ ਅਕਬਰ ਦੇ ਪਾਸੋਂ ਆਗਿਆ ਲੈ। ਮਿਲਿਓ ਜਾਏ ਜੈਮਲ ਰਜਪੂਤ। ਇਹ ਰਾਜਪੂਤ ਸੂਰਮੇ ਜੈਮਲ ਦੇ ਤਾਈਂ ਜਾ ਵਕੀਲ ਮਿਲਿਆ ਹੈ। ਕਹੀ ਸ਼ਾਹ ਕੀ ਸਕਲ ਸੁਨਾਈ। ਜਿਵੇਂ ਫਿਰ ਉਹ ਬਾਦਸ਼ਾਹ ਨੇ ਆਖਿਆ ਸੀ ਨਾ ਉਹ ਸਾਰੀ ਗੱਲ ਜਿਹੜੀ ਸੁਣਾ ਦਿੱਤੀ ਵੀ ਰਾਜ ਭਾਗ ਲੈ ਲੈ 4 ਗੁਣਾ, ਇੱਕ ਪਹਿਲਾਂ ਨਾਲੋਂ ਪੁੱਤਰੀ ਦਾ ਰਿਸ਼ਤਾ ਕਰ ਦੇ। ਉਹ ਸਾਰੀ ਗੱਲ ਸੁਣਾ ਦਿੱਤੀ ਹੈ। ਦੇਹ ਤਰਾਸ ਕਹਿ ਲਿਓ ਬਡਾਈ। ਤੇ ਨਾਲੇ ਵੀ ਕਹਿ ਦਿੱਤਾ ਹੈ ਵੀ ਨਹੀਂ ਤੇ ਜੰਗ ਵਾਸਤੇ ਤਿਆਰ ਰਹੇ, ਵੀ ਜਾਂ ਤਾਂ ਫਿਰ ਡਰ ਹੈ ਅਕਬਰ ਦਾ ਵਿਗੜ ਜਾਵੇਗਾ ਅਕਬਰ ਤੇਰੇ ਨਾਲ, ਤੇ ਜਾਂ ਇਹ ਜੈਮਲ ਜੀ ਤੁਸੀਂ ਵਡਿਆਈ ਲੈ ਲਓ, ਰਾਜ ਭਾਗ ਲੈ ਲਓ, ਪੁੱਤਰੀ ਦਾ ਰਿਸ਼ਤਾ ਅਕਬਰ ਬਾਦਸ਼ਾਹ ਨੂੰ ਕਰ ਦੇਵੋ। ਇਹੋ ਤਾਂ ਬਾਤ ਟਰਹਿ ਨਹਿ ਕੈਸੇ। ਇਸ ਕਰਕੇ ਉਹ ਵਕੀਲ ਕਹਿੰਦਾ ਜੈਮਲ ਜੀ ਇਹ ਬਾਤ ਨਹੀਂ ਕਿਸੇ ਤਰ੍ਹਾਂ ਟਲਣੀ ਵੀ ਜਾਂ ਰਿਸ਼ਤਾ ਕਰਨਾ ਪੈਣਾ ਤੇ ਜਾਂ ਫਿਰ ਜੰਗ ਵਾਸਤੇ ਤਿਆਰ ਹੋ ਜਾਓ। ਇਹ ਤਾਂ ਦੋਵਾਂ ਚ ਇੱਕ ਕੰਮ ਹੋਣਾ ਹੀ ਹੋਣਾ, ਟਲ ਨਹੀਂ ਸਕਦਾ ਹੈ। ਦੇਹੁ ਸੁਤਾ ਕਾਰਜ ਸੁਭ ਐਸੇ। ਪਰ ਮੈਂ ਤਾਂ ਕਹਿਣਾ ਵੀ ਪੁੱਤਰੀ ਦਾ ਰਿਸ਼ਤਾ ਕਰ ਦਿਓ। ਇਹ ਸਾਰਿਆਂ ਨਾਲੋਂ ਚੰਗੀ ਗੱਲ, ਤੁਹਾਡੀ ਜਾਨ ਵੀ ਬਚ ਰਹੇਗੀ ਤੇ ਰਾਜ ਭਾਗ ਵੀ ਵੱਧ ਜਾਵੇਗਾ। ਸੁਨ ਕੈ ਤਬ ਚਿੰਤਾ ਚਿਤ ਠਾਨੀ। ਇਹ ਜੈਮਲ ਨੇ ਸੁਣ ਕੇ ਮਨ ਵਿੱਚ ਬੜੀ ਚਿੰਤਾ ਕੀਤੀ ਹੈ। ਕਿਤਕ ਦੇਰ ਲਾਪਨੀ ਨ ਬਾਨੀ। ਤੇ ਕੁਝ ਕੁ ਸਮਾਂ ਚੁੱਪ ਰਿਹਾ ਹੈ, ਕੁਝ ਨਹੀਂ ਬੋਲਿਆ ਹੈ। ਪੁਨ ਜੈਮਲ ਬੋਲਿਓ ਬਲ
ਖਾਲੀ। ਫਿਰ ਬੜੇ ਬਲ ਦੇ ਸਹਿਤ ਇਹ ਬਲ ਵਾਲਾ ਸੂਰਮਾ ਜੈਮਲ ਰਾਜਪੂਤ ਬੋਲਿਆ ਹੈ। ਇਸ ਕੋ ਉੱਤਰ ਦੈ ਹਮ ਕਾਲੀ। ਕਹਿੰਦਾ ਵੀ ਇਹ ਸੋਚ ਕੇ ਦੱਸਾਂਗੇ, ਇਸ ਗੱਲ ਦਾ ਜਵਾਬ ਅਸੀਂ ਹੁਣ ਕੱਲ ਨੂੰ ਤੇਰੇ ਤਾਈਂ ਦੇਵਾਂਗੇ। ਆਪਣੇ ਪ੍ਰਾਤਨ ਸਾਥ ਵਿਚਾਰ। ਵੀ ਮੈਂ ਆਪਦੇ ਭਾਈਚਾਰੇ ਜਾਂ ਆਪਦੇ ਫੱਤੇ ਨਾਮ ਦੇ ਭਰਾ ਛੋਟੇ ਨਾਲ ਸਲਾਹ ਕਰ ਲਵਾਂ ਸਾਰ ਅਸਾਰ ਕਰਹਿ ਨਿਰਧਾਰ। ਤੇ ਅਸੀਂ ਨਿਰਣਾ ਕਰ ਲਵਾਂਗੇ ਵੀ ਚੰਗਾ ਕੀ ਭਾਵ ਸਾਡਾ ਲਾਹਾ ਕਿ ਕੋਈ ਨੁਕਸਾਨ ਹੈ ਸਾਡਾ ਰਿਸ਼ਤਾ ਕਰਨ ਵਿੱਚ। ਅਸੀਂ ਵਿਚਾਰ ਸਲਾਹ ਮਸ਼ਵਰਾ ਕਰਕੇ ਤੇ ਕੱਲ ਅਕਬਰ ਬਾਦਸ਼ਾਹ ਨੂੰ ਦੱਸਾਂਗੇ। ਸੁਨਤ ਦੂਤ ਦਾਤਾਬ ਗਇਓ ਵਿਚਰਕੈ। ਤੇ ਸੁਣ ਕੇ ਜਿਹੜਾ ਇਹ ਦੂਤ ਜਿਹੜਾ ਉਹ ਵਿਚਾਰ ਕੇ ਵੀ ਚਲੋ ਕੱਲ ਨੂੰ ਦੱਸਣਗੇ, ਇਹ ਵਾਪਸ ਮੁੜ ਗਿਆ ਵਕੀਲ ਜੋ ਹੈ। ਫੱਤੇ ਸੋ ਜੈਮਲ ਮਿਲ ਕਰਕੈ। ਤੇ ਫਿਰ ਜਿਹੜਾ ਇਹ ਫੱਤਾ ਇਹਦਾ ਛੋਟਾ ਭਾਈ ਜੈਮਲ ਦਾ, ਇਹਦੇ ਨਾਲ ਜੈਮਲ ਤੇ ਫੱਤਾ ਮਿਲ ਕੇ ਦੱਸਦਾ ਜੈਮਲ ਫੱਤੇ ਤਾਈ। ਮਹਾ ਸ਼ੋਕ ਦੁਖ ਮਨ ਮਹਿ ਪਾਗੇ। ਇਹਨਾਂ ਨੇ ਬੜਾ ਮਨ ਵਿੱਚ ਦੁੱਖ ਮਨਾਇਆ ਵੀ ਅਕਬਰ ਬਾਦਸ਼ਾਹ ਨੇ ਚੰਗੀ ਨਹੀਂ ਕੀਤੀ ਹੈ। ਦੋਨਹਾ ਮਸਲਤ ਕਰਨੇ ਲਾਗੇ। ਦੋਵੇਂ ਭਰਾ ਸੂਰਮੇ ਆਪਸ ਵਿੱਚ ਇਉਂ ਸਲਾਹ ਕਰਨ ਲੱਗੇ ਹਨ ਇਹੋ ਤਰਕੇਸ਼ ਵੱਡੋ ਗਰਬੀਲਾ। ਵੀ ਜਿਹੜਾ ਬਾਦਸ਼ਾਹ ਅਕਬਰ ਹੈ ਵੀ ਇਹ ਬੜਾ ਹੰਕਾਰੀ ਹੈ, ਬਹੁਤ ਹੰਕਾਰ ਵਾਲਾ ਹੈ। ਧਨ ਦਲ ਬਲ ਤੇ ਅਧਿਕ ਹਠੀਲਾ। ਵੀ ਇਹ ਧਨ ਕਰਕੇ ਵੀ ਸਾਥੋਂ ਵੱਡਾ ਹੈ, ਫੌਜਾਂ ਕਰਕੇ ਵੀ ਵੱਡਾ, ਤਾਕਤ ਕਰਕੇ ਵੀ ਵੱਡਾ ਤੇ ਬੜੇ ਹੱਠ ਵਾਲਾ ਵੀ ਹੈ। ਹਮ ਰਜਪੂਤ ਸ਼ਸਤਰ ਵੱਡ ਧਾਰੀ। ਤੇ ਅਸੀਂ ਵੀ ਰਾਜਪੂਤ ਹੁੰਨੇ ਆ ਤੇ ਬੜੇ ਯੋਧੇ ਸ਼ਾਸਤਰ ਧਾਰੀ ਹਾਂ, ਸ਼ਾਸਤਰ ਪਹਿਨਣ ਵਾਲੇ ਹਾਂ। ਇਸ ਕੇ ਸਾਥ ਨਾ ਬਨ ਹੈ ਹਮਾਰੀ। ਤੇ ਇਹ ਹੰਕਾਰੀ ਬਾਦਸ਼ਾਹ ਨਾਲ ਤਾਂ ਆਪਣੀ ਨਹੀਂ ਬਣਨੀ ਵੀ ਜੇ ਆਪਾਂ ਨਾ ਕਰੀਏ ਤੇ ਜੰਗ ਲੜਨਾ ਪੈਣਾ। ਰਿਸ਼ਤਾ ਪੁੱਤਰੀ ਦਾ ਕਰਕੇ ਵੀ ਨਹੀਂ ਕੱਲ ਨੂੰ ਕੋਈ ਹੋਰ ਕੁਝ ਮੰਗੇਗਾ। ਤੋ ਇਸ ਤਰ੍ਹਾਂ ਇਹ ਅਣਖੀ ਕਹਿੰਦੇ ਆ ਦੋਵੇਂ ਭਾਈ ਕਿ ਬਾਦਸ਼ਾਹ ਹੰਕਾਰੀ ਨਾਲ ਆਪਣੀ ਨਹੀਂ ਬਣ ਆਉਣੀ ਹੈ। ਜੇ ਤਨ ਜਾਦੇ ਰਾਜ ਕਮਾਵੈ। ਵੀ ਜੇ ਆਪਣੀ ਧੀ ਦਾ ਰਿਸ਼ਤਾ ਦੇ ਕੇ ਹੀ ਆਪਾਂ ਰਾਜ ਲੈਣਾ ਹੈ। ਨਿੰਦਾ ਹਲਤ ਪਲਤ ਦੁਖ ਪਾਵੈ। ਇੱਥੇ ਨਿੰਦਾ ਹੋਵੇਗੀ, ਲੋਕ ਕੀ ਆਖਣਗੇ, ਤੇ ਪਰਲੋਕ ਦੇ ਵਿੱਚ ਵੀ ਦੁੱਖ ਪ੍ਰਾਪਤ ਹੋਊ। ਪਰਮੇਸ਼ਰ ਨੂੰ ਕੀ ਮੁਖ ਵਿਖਾਵਾਂਗੇ। ਸੂਰਮੇ ਦਾ ਕੰਮ ਨਹੀਂ ਭੱਜਣਾ ਹੈ। ਗੜ ਚਿਤਾੜ ਚੜ ਚੱਲਹੁ ਸ਼ਿਤਾਬੀ। ਕਹਿੰਦਾ ਚੱਲ ਫਤਿਹ ਆਪਾਂ ਚੱਲੀਏ ਤੇ ਜਿਹੜਾ ਆਪਣਾ ਕਿਲਾ ਇਹਨੇ ਦਿੱਤਾ ਹੋਇਆ ਚਤੌੜ ਦਾ ਉਹ ਮਲ ਲਈਏ ਜਲਦੀ ਨਾਲ। ਤਹਾਂ ਜੰਗ ਹਮ ਕਰਹਿ ਅਜਾਬੀ। ਤੇ ਉਥੇ ਇਹਨੂੰ ਫਿਰ ਅਸਚਰਜ ਜੰਗ ਵਿਖਾਈਏ। ਕਰੜੇ ਹੱਥ ਇਸ ਬਾਦਸ਼ਾਹ ਨੂੰ ਵਿਖਾਉਂਦੇ ਹਾਂ। ਇਸ ਕੋ ਲਸ਼ਕਰ ਦੇਹ ਖਪਾਏ। ਇਹਦੀ ਫੌਜ ਜਿਹੜੀ ਮਾਰ ਕੇ ਖਪਾ ਦਿਆਂਗੇ, ਕਿੰਨਿਆਂ ਨੂੰ ਮੌਤ ਦੇ ਘਾਟ ਉਤਾਰ ਦੇਵਾਂਗੇ। ਹਣ ਹੈ ਸ਼ਸਤਰ ਸੈ ਲੇਹ ਉਪਾਏ। ਤੇ ਜਿਹੜੇ ਸ਼ਸਤਰਾਂ ਦੇ ਨਾਲ ਚੜ ਕੇ ਆਈ ਫੌਜ ਸਭ ਮਾਰ ਕੇ ਮਿੱਟੀ ਵਿੱਚ ਮਿਲਾ ਦੇਵਾਂਗੇ। ਨਾਹੇ ਤਾਂ ਧਰਮ ਜੋਧ ਮਹਿ ਮਰ ਹੈ। ਜੇ ਜਿੱਤ ਗਏ ਤੇ ਠੀਕ ਹੈ, ਨਹੀਂ ਤਾਂ ਧਰਮ ਦੇ ਜੰਗ ਵਿੱਚ ਆਪਾਂ ਮਰ ਜੇ ਗਏ ਤਾਂ ਸੁਰ ਪਰ ਬਿਖੈ ਪਿਆਨੋ ਕਰ ਹੈ। ਤੇ ਸਵਰਗ ਪੱਕਾ ਹੈ। ਭਾਵ ਜੇ ਜੰਗ ਦੇ ਮੈਦਾਨ ਵਿੱਚ ਮਰਾਂਗੇ ਸੂਰਮਿਆਂ ਵਾਂਗੂ ਜੂਝ ਕੇ ਤੇ ਫਿਰ ਸਵਰਗ ਵਿੱਚ ਥਾਂ ਮਿਲੇਗਾ। ਜੰਗ ਕਰਨ ਤੇ ਦੋਨਹ ਲੋਕ। ਕਿਉਂਕਿ ਜੰਗ ਕਰਨ ਦੇ ਨਾਲ ਲੋਕ ਤੇ ਪਰਲੋਕ ਦੋਵੇਂ ਹੀ ਸੁਧਰਤ ਹੈ ਤਜ ਦਇਓ ਮਨ ਸ਼ੋਕ। ਮਨ ਚੋਂ ਸ਼ੋਕ ਛੱਡ ਦਈਏ, ਦੁੱਖ। ਪੁੱਤਰੀ ਦਾ ਰਿਸ਼ਤਾ ਘਰ ਦੇ ਪੁੱਤਰੀ ਦਾ ਰਿਸ਼ਤਾ ਹੈ ਅਕਬਰ ਨੂੰ ਤੁਰਕ ਨੂੰ ਦੇਣ ਨਾਲੋਂ ਜੰਗ ਲੜੀਏ। ਜੰਗ ਲੜ ਕੇ ਜੇ ਮਰ ਜਾਵਾਂਗੇ ਤੇ ਪਰਲੋਕ ਸੁਹੇਲਾ ਹੋ ਜਾਵੇਗਾ, ਵਡਿਆਈ ਹੋਵੇਗੀ। ਸੰਸਾਰ ਦੇ ਵਿੱਚ ਸਭ ਉਸਤਤ ਕਰਿਆ ਕਰਨਗੇ। ਤਨ ਜਾ ਦੇਨ ਬਿਖੈ ਦੁਖ ਪਾਵੈ। ਤੇ ਜੇ ਧੀ ਦਾ ਰਿਸ਼ਤਾ ਦੇਵਾਂਗੇ ਤੇ ਦੁੱਖ ਮਿਲੇਗਾ। ਲੋਕ ਜਾਏ ਪਰਲੋਕ ਗਵਾਵੈ। ਇੱਥੇ ਵੀ ਨਿੰਦਿਆ ਹੋਊ, ਲੋਕ ਤੇ ਪਰਲੋਕ ਦੋਨੇ ਹੀ ਗਵਾ ਲਵਾਂਗੇ। ਅੱਗੇ ਵੀ ਜਗ੍ਹਾ ਨਹੀਂ ਮਿਲਣੀ ਪਰਮੇਸ਼ਰ ਦੇ ਦਰ ਤੇ। ਜੀਵਨ ਧਨ ਤਿਸੀ ਕੋ ਹੈ। ਜਿਉਣਾ ਧਨ ਉਸੇ ਦਾ ਹੀ ਆ। ਸੰਸਾਰ ਉੱਪਰ ਜਿਉਣਾ ਉਸੇ ਦਾ ਹੀ ਸਫਲ ਹੈ। ਧਨ ਉਸੇ ਦਾ ਜਿਉਣਾ ਹੈ। ਜਗ ਉਸਤਤ ਮਰ ਸੁਰ ਪਰ ਲਹੈ। ਜਿਹੜਾ ਜਿਉਂਦਿਆਂ ਸੰਸਾਰ ਦੀ ਸਿਫਤ ਖੱਟੇ, ਸ਼ੋਭਾ ਖੱਟੇ ਤੇ ਮਰ ਕੇ ਸਵਰਗਾਂ ਨੂੰ ਜਾਵੇ, ਸ਼ਹੀਦੀਆਂ ਪ੍ਰਾਪਤ ਕਰੇ। ਆਸ ਮਸਲਤ ਕਰ ਦੋਨਹ ਪ੍ਰਾਤ। ਇਸ ਤਰ੍ਹਾਂ ਇਹਨਾਂ ਦੋਵਾਂ ਭਾਈਆਂ ਨੇ, ਜੈ ਮਲ ਤੇ ਫਤਿਹ ਨੇ ਆਪਸ ਵਿੱਚ ਮਸਲਤ ਮਸ਼ਵਰਾ ਕਰ ਲਿਆ ਹੈ। ਵੱਡੇ ਸੁਭਟ ਚੜ ਚੱਲੇ ਰਿਸਾਤ। ਤੇ ਦੋਵੇਂ ਬੜੀ ਜਲਦੀ ਨਾਲ ਉਹ ਕਿਲੇ ਨੂੰ ਚੜ ਪਏ ਆ। ਵੱਡੇ ਸੂਰਮੇ ਸੁਭਟ ਇਕੱਠਾ, ਸੁਭਟ ਜਿਹੜੇ ਦੋਵੇਂ ਸੂਰਮੇ ਆ ਚੜ ਚੱਲੇ ਆ ਉਹ ਚਤੌੜਗੜ੍ਹ ਦੇ ਕਿਲੇ ਨੂੰ। ਮਗ ਮਹਿ ਲੂਟ ਕੋਟ ਪ੍ਰੋਗਰਾਮ। ਤੇ ਜਾਂਦੇ ਹੋਏ ਰਸਤੇ ਵਿੱਚ ਬੜੇ ਪਿੰਡ ਲੁੱਟ ਲਏ ਇਹਨਾਂ ਨੇ, ਜਿੰਨੀ ਕੁ ਫੌਜ ਇਹਨਾਂ ਦੋਵਾਂ ਦੇ ਨਾਲ। ਤੇ ਜਾਂਦਿਆਂ ਹੋਏ ਰਸਤਾਂ ਇਕੱਠੀਆਂ ਕਰਨ ਵਾਸਤੇ ਨਾ ਜਾਂਦੇ ਹੋਏ ਜਿੰਨੇ ਪਿੰਡ ਜਿਹੜੇ ਵਾ ਉਹ ਅਕਬਰ ਦੇ ਇਲਾਕੇ ਦੇ ਸਭ ਲੁੱਟਦੇ ਹੋਏ ਤੁਰ ਗਏ ਆ। ਜਾਏ ਪਹੁੰਚੇ ਆਪਣੇ ਧਾਮ। ਤੇ ਜਾ ਆਪਣੇ ਘਰ ਜਿਹੜਾ ਚਤੌੜਗੜ੍ਹ ਦਾ ਕਿਲਾ ਜਾ ਮੱਲਿਆ ਹੈ।
ਗਾ ਚਿਤੌੜ ਆਕੀ ਹੋਏ ਰਹੈ ਤੋ ਗੜ ਚਤੌੜ ਦੇ ਗੜ ਕਿਲੇ ਵਿੱਚ ਬਹਿ ਗਏ ਐ ਦੋਵੇਂ ਭਾਈ ਤੇ ਅਕਬਰ ਤੋਂ ਆਕੀ ਹੋ ਗਏ ਹਨ ਸਕਲ ਵਿਧਨ ਤਕਰਾਈ ਤੇ ਗਹੇ ਚੰਗੀ ਤਰ੍ਹਾਂ ਇਹਨਾਂ ਕਿਲੇ ਦੀਆਂ ਕੰਧਾਂ ਕੁੰਧਾਂ ਕੱਢ ਲਈਆਂ ਮੋਰਚੇ ਮੱਲ ਲਏ ਐ ਪੱਕੇ ਮੋਰਚੇ ਲਾ ਲਏ ਹਨ ਸੈਨ ਸਕੇਲ ਦੁਰਗ ਕਰ ਤਿਆਰੀ ਤੇ ਕਿਲੇ ਦੀ ਪੂਰੀ ਮੋਰਚਾਬੰਦੀ ਕਰ ਲਈ ਐ ਸੈਨਾ ਇਹਨਾਂ ਨੇ ਸਾਰੀ ਕਿਲੇ ਵਿੱਚ ਵਾੜ ਲਈ ਐ ਤਿਆਰ ਬਰ ਤਿਆਰ ਹੋ ਬੈਠੇ ਐ ਚਹਿਆ ਵਸਤ ਸਭ ਅੰਤਰ ਡਾਰੀ ਚਾਹੀਏ ਜਿੰਨੀ ਕੁ ਵਸਤ ਚਾਹੀਦੀ ਆ ਨਾ ਉਹ ਸਾਰੀ ਇਹਨਾਂ ਨੇ ਰੱਖ ਲਈ ਅੰਦਰ ਭਾਵ ਜਿਹੜੀਆਂ ਰਸਤਾਂ ਚਾਹੀਦੀਆਂ ਕੋ ਗੋਲੀ ਸਿੱਕਾ ਬਰੂਦ ਸ਼ਸਤਰ ਬਸਤਰ ਸਭ ਇਹਨਾਂ ਨੇ ਖਾਣ ਪੀਣ ਦੀਆਂ ਵਸਤਾਂ ਪਾਣੀ ਆਦਿਕ ਸਭ ਇਹਨਾਂ ਨੇ ਕਿਲੇ ਵਿੱਚ ਜਲਦੀ ਤੋਂ ਜਲਦੀ ਜੋੜ ਲਿਆ ਕੁਝ ਪਿੰਡ ਲੁੱਟ ਕੇ ਰਸਤ ਇਕੱਠੀ ਕਰਕੇ ਤੋ ਦਾਣਾ ਫੱਕਾ ਸਾਰਾ ਉਹਨਾਂ ਕਿਲੇ ਅੰਦਰ ਜਮ੍ਹਾਂ ਕਰਕੇ ਤੇ ਦੋਵੇਂ ਹੀ ਇਹ ਭਾਈ ਜਿਹੜੇ ਅਣਖੀ ਇਹ ਰਾਜਪੂਤ ਇਸ ਅਕਬਰ ਬਾਦਸ਼ਾਹ ਦੇ ਆਕੀ ਹੋ ਗਏ ਇਹਨਾਂ ਬਗਾਵਤ ਕਰ ਦਿੱਤੀ ਹੈ ਤੋ ਇਸ ਤਰ੍ਹਾਂ ਹੀ ਅੱਗੇ ਜਿਵੇਂ ਫਿਰ ਇਹਨਾਂ ਦਾ ਅਕਬਰ ਚੜ੍ਹਾਈ ਕਰਕੇ ਇਹਨਾਂ ਦੋਹਾਂ ਤੇ ਆਉਂਦਾ ਹੈ, ਉਹ ਸਾਰੀ ਕਥਾ ਜਿਵੇਂ ਅੱਗੇ ਆ ਰਹੀ ਹੈ ਆਪਾਂ ਰਲ ਮਿਲ ਕਰਕੇ ਸੁਣੀਏ ਹੋਈਆਂ ਭੁੱਲਾਂ ਦੀ ਖਿਮਾ ਗਰੀਬ ਨਵਾਜ ਆਪ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਗੜ ਚਿਤੌੜ ਆਕੀ ਹੋਏ ਰਹੇ ਸਕਲ ਵਿਧਨ ਤਕਰਾਈ ਗਹੇ ਸੈਨ ਸਕੇਲ ਦੁਰਗ ਕਰ ਤਿਆਰੀ ਚਹੀਏ ਵਸਤ ਸਭ ਅੰਤਰ ਡਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਏ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਏ ਸੰਤਹਿ ਕੈ ਸਦਾ ਸੰਗ ਨਿਧਾਰਾ ਆਧਾਰ ਏ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੋ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।